ਜੀ ਦੋਸਤੋ, ਪੰਜਾਬ ਸਾਹਿਤ ਅਕਾਦਮੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਪੰਜਾਬ ਕਲਾ ਪਰਿਸ਼ਦ ਦੀ ਸਰਪ੍ਰਸਤੀ ਤਹਿਤ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਸ ਤੋਂ ਬਾਅਦ ਅਸੀਂ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਮਨਾਉਣ ਜਾ ਰਹੇ ਹਾਂ। ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਅਸੀਂ ਬਹੁਤ ਸਾਰੇ ਪ੍ਰੋਗਰਾਮ ਕੀਤੇ, ਜਿਹਦੇ ਵਿੱਚ ਬਹੁਤ ਸਾਰੇ ਕਵੀ ਦਰਬਾਰ ਕੀਤੇ ਤੇ ਬਹੁਤ ਸਾਰੇ ਸੈਮੀਨਾਰ ਕੀਤੇ, ਬੱਚਿਆਂ ਦੇ ਸਕੂਲਾਂ ਕਾਲਜਾਂ ਦੇ ਮੁਕਾਬਲੇ ਕਰਾਏ ਤੇ ਸਕੂਲ ਕਾਲਜ ਪੱਧਰ ਤੱਕ ਦੀਆਂ ਬਹੁਤ ਸਾਰੀਆਂ ਸਰਗਰਮੀਆਂ ਕੀਤੀਆਂ। ਇਸੇ ਲੜੀ ਦੇ ਤਹਿਤ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਤਿੰਨੇ ਅਕਾਦਮੀਆਂ ਵੱਲੋਂ ਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਬਹੁਤ ਸਾਰੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਇਸੇ ਲੜੀ ਦੇ ਤਹਿਤ ਅਸੀਂ ਇਸ ਤੋਂ ਪਹਿਲਾਂ ਇੱਕ ਸੈਮੀਨਾਰ ਕਰ ਚੁੱਕੇ ਹਾਂ। ਇਸੇ ਲੜੀ ਦੇ ਤਹਿਤ ਇਸ ਤੋਂ ਪਹਿਲਾਂ ਅਸੀਂ ਇੱਕ ਬੱਚਿਆਂ ਦੇ ਕਾਲਜ ਦੇ ਬੱਚਿਆਂ ਦੇ ਮੁਕਾਬਲੇ ਕਰਾ ਚੁੱਕੇ ਹਾਂ, ਜਿਹਦੇ ਵਿੱਚ ਆਨਲਾਈਨ ਅਸੀਂ ਕੁਐਸਚਨ ਪੇਪਰ ਭੇਜਿਆ ਸੀ ਤੇ ਆਮ ਗਿਆਨ ਦਾ ਜਿਹੜਾ ਮੁਕਾਬਲਾ ਕਰਵਾਇਆ ਸੀ। ਸਕੂਲਾਂ ਦੇ ਬੱਚਿਆਂ ਦੇ ਮੁਕਾਬਲੇ ਕਰਾ ਰਹੇ ਹਾਂ ਤੇ ਅੱਜ ਤੱਕ ਕਵੀ ਦਰਬਾਰ ਜੋ ਬੰਧਨਵਾਰ ਸਾਡਾ ਇੱਕ ਲੜੀਵਾਰ ਪ੍ਰੋਗਰਾਮ ਸੀ, ਮਹੀਨੇ ਦੇ ਅਖੀਰਲੇ ਦਿਨ ਕਰਵਾਇਆ ਜਾਂਦਾ ਸੀ, ਅਸੀਂ ਆਫਲਾਈਨ ਕਰਵਾਉਂਦੇ ਸੀ ਪੰਜਾਬ ਕਲਾ ਪਰਿਸ਼ਦ ਦੇ ਵਿਹੜੇ ਦੇ ਵਿੱਚ। ਹੁਣ ਉਹ ਕਰੋਨਾ ਕਾਰਨ, ਸੰਕਟ ਕਾਲ ਕਾਰਨ ਅਸੀਂ ਅੱਜ ਬੰਧਨਵਾਰ ਦੇ ਤਹਿਤ ਇੱਕ ਕਵੀ ਦਰਬਾਰ ਦਾ ਆਯੋਜਨ ਕਰ ਰਹੇ ਹਾਂ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਬਹੁਤ-ਬਹੁਤ ਸਵਾਗਤ। ਸਾਡੇ ਨਾਲ ਨੇ ਅੱਜ ਇਸ ਕਵੀ ਦਰਬਾਰ ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ, ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਤੇ ਸ਼ਾਇਰ ਲਖਵਿੰਦਰ ਜੌਲ, ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਜਸਵੰਤ ਜਫਰ ਜੀ, ਹਰਵਿੰਦਰ ਸਿੰਘ ਚੰਡੀਗੜ੍ਹ ਜੀ, ਜਸਵਿੰਦਰ ਰੁਪਾਲ ਜੀ, ਅਮਰਜੀਤ ਕਸਕ ਜੀ ਤੇ ਨਵੇਂ ਸ਼ਾਇਰ ਸਿਕੰਦਰ ਰੜ। ਇਹਦੇ ਨਾਲ ਹੋਰ ਕਾਫੀ ਦੋਸਤ ਸਾਡੇ ਨਾਲ ਜੁੜ ਰਹੇ ਨੇ। ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਤੇ ਮੈਂ ਰਸਮੀ ਤੌਰ ਤੇ ਸਵਾਗਤ ਕਰਨ ਲਈ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਾਰੇ ਮਹਿਮਾਨਾਂ ਦਾ ਸਵਾਗਤ ਕਰਨ। ਮੈਡਮ ਸਰਬਜੀਤ ਕੌਰ ਸੋਹਲ ਜੀ। जी जी बहुत बहुत शुक्रिया डॉक्टर कुलदीप जी। पंजाब साहित्य अकादमी वालों जेड़ा गुरु तेग बहादुर जी का 400 साला गुरपुरब या कह लो कि 400 साला समारोह असी मना रहे हैं, शताब्दी समारोह। उहदे च शामिल अज साडे बहुत ही सत्कारत लखविंदर सिंह जौहल जी, अमरजीत कसक जी, जसविंदर सिंह रुपाल जी, जसवंत जफर जी, हरविंदर सिंह जी ते सिकंदर सिंह जी। थोड़ा अज इस मंच तो बहुत बहुत निघा स्वागत है। कहंदे ने कि फुल्लां विचों फुल गुलाब नहीं सही हो, देसां विचों देस पंजाब नहीं सही हो। एक आपां होर कहने हुन्ने आ कि ਜਿਹੜੀ ਗੱਲ ਸਾਨੂੰ परंपरा ਜਿਹੜੀ है साडी, जेकर ਅਸੀਂ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ ਜੀ ਦਾ ਹੁਣ 400 ਸਾਲ ਆਇਆ ਤੇ ਉਸ ਨੂੰ ਮਨਾਉਣ ਦਾ ਜਿਹੜਾ ਉਪਰਾਲਾ ਕੀਤਾ ਜਾਂਦਾ ਆ, ਚਾਹੇ ਉਹ ਸਰਕਾਰਾਂ ਵੱਲੋਂ ਹੋਵੇ, ਅਕਾਦਮੀ ਵੱਲੋਂ ਹੋਵੇ, ਸਕੂਲਾਂ ਕਾਲਜਾਂ ਵੱਲੋਂ ਹੋਵੇ, ਉਸ ਦਾ ਇੱਕ ਮਨੋਰਥ ਹੁੰਦਾ ਹੈ। ਉਹ ਮਨੋਰਥ ਹੁੰਦਾ ਹੈ ਕਿ ਅਸੀਂ ਆਪਣੀ ਪਰੰਪਰਾ ਤੇ, ਅਸੀਂ ਆਪਣੇ ਇਤਿਹਾਸ ਤੇ ਮਾਣ ਕਰ ਸਕੀਏ ਤੇ ਉਸ ਤੋਂ ਇੱਕ ਚੰਗੇ ਜੀਵਨ ਜਾਚ ਵਾਲੀ ਸੇਧ ਲੈ ਕੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਉਸ ਦੇ ਸੰਬੰਧੀ ਜਾਗਰੂਕ ਕਰਾਈਏ ਤੇ ਜ਼ਿੰਦਗੀ ਦੇ ਵਿੱਚ ਜਿਹੜੇ ਉਸ ਸਮੇਂ ਦੇ ਜਿਹੜੇ ਸਮਕਾਲ ਦੇ ਵਿੱਚ ਹੁਣ ਉਹਦੀ ਕੀ ਪ੍ਰਸੰਗਕਤਾ ਹੈ ਉਸ ਨੂੰ ਵੀ ਅਸੀਂ ਜ਼ਰੂਰ ਵੇਖੀਏ ਤੇ ਇਸ ਦੇ ਵਿੱਚ ਯਾਨੀ ਲੁਕਾਈ ਦੇ ਵਿੱਚ ਕਹਿ ਲਓ ਜਾਂ ਸਾਰੇ ਜਿਹੜੇ ਸਾਡੀ ਲੁਕਾਈਅਤ ਹੈ ਉਹਦੇ ਵਿੱਚ ਔਰ ਸਾਡੇ ਜਿਹੜੇ ਇਤਿਹਾਸ ਦੇ ਵਿੱਚ ਪੈੜਾਂ ਨੇ ਜਿਨ੍ਹਾਂ ਦੀਆਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਉਸ ਤੋਂ ਬਾਅਦ ਸਤਿਕਾਰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਇਹ ਸਾਰੀ ਪਰੰਪਰਾ ਬੜੀ ਵੱਡਮੁੱਲੀ ਹੈ, ਪੰਜਾਬੀਆਂ ਦੇ ਹਿੱਸੇ ਇਹ ਖਾਸ ਤੌਰ ਤੇ ਆਈ ਹੈ ਔਰ ਇਸ ਪਰੰਪਰਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਜੇਕਰ ਕਹੀਏ ਕਿ ਕਿਰਤ ਸਿਧਾਂਤ, ਕਿਰਤ ਕਰੋ ਨਾਮ ਜਪੋ ਵੰਡ ਛਕੋ, ਜ਼ਿੰਦਗੀ ਦਾ ਇਹ ਜੀਵਨ ਜਾਚ ਦੇ ਲਈ ਇੱਕੋ ਹੀ ਸਿਧਾਂਤ ਤੇ ਜੇ ਅਸੀਂ ਵਿਹਾਰਕ ਤੌਰ ਤੇ ਅਸਰ ਕਰ ਲਈਏ ਤੇ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਬਹੁਤ ਸੌਖੀ ਤਰ੍ਹਾਂ ਨਾਲ ਅਸੀਂ ਜਿਉ ਸਕਦੇ ਹਾਂ।
ਸੋ ਇਸੇ ਲੜੀ ਤਹਿਤ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਸ ਨੂੰ ਉਲੀਕਿਆ ਗਿਆ ਹੈ। ਇਹ ਸਿਰਫ ਮੈਨੂੰ ਲੱਗਦਾ ਹੈ ਕਿ ਸਾਡੇ ਵਡਭਾਗ ਨੇ ਇਹ ਪੰਜਾਬ ਸਾਹਿਤ ਅਕੈਡਮੀ ਦੇ ਇਸ ਸਮੇਂ ਦੇ ਵਿੱਚ ਜਦੋਂ ਅਸੀਂ ਇੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਉਸ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਮਨਾਏ ਗਏ ਤੇ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ। ਸੋ ਪੰਜਾਬ ਸਰਕਾਰ ਦੇ ਵੀ ਇਹ ਉਪਰਾਲੇ ਨੇ, ਕਿਉਂਕਿ ਅਕਾਦਮੀਆਂ ਤੇ ਆਰਟਸ ਕੌਂਸਲ ਅਸੀਂ ਸਾਰੇ ਆਪਸ ਦੇ ਵਿੱਚ ਜੁੜੇ ਹੋਏ ਆ। ਸੋ ਇਹ ਜਿਹੜਾ ਉਪਰਾਲਾ ਹੈ ਇਸ ਤੇ ਮਤਲਬ ਇਸ ਵੇਲੇ ਅੱਜ ਪੰਜਾਬ ਸਰਕਾਰ ਦੇ ਹੋਰ ਵੀ ਜਿਹੜੇ ਅਹੁਦੇਦਾਰ ਨੇ ਉਹ ਵੀ ਵੇਖ ਰਹੇ ਨੇ, ਔਰ ਸਾਡੇ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ, ਜਿਹੜੇ ਸ਼ਾਮ 8 ਵਜੇ ਤੋਂ ਬਲਕਿ 7 ਵਜੇ ਤੋਂ ਸਾਨੂੰ ਸੁਚੇਤ ਕਰ ਰਹੇ ਹੁੰਦੇ ਨੇ। ਔਰ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਇਹ 10 ਵੱਜ ਜਾਂਦੇ, ਸਾਨੂੰ 1 ਘੰਟੇ ਦਾ ਪ੍ਰੋਗਰਾਮ 2 ਘੰਟੇ ਦੇ ਵਿੱਚ ਮੁੱਕਦਾ। ਸੋ ਇਹ ਸਾਰੇ ਉਪਰਾਲੇ ਜਿਹੜੇ ਨੇ ਉਹ ਇਸ ਸੰਕਟ ਕਾਲ ਸਮੇਂ ਦੇ ਵਿੱਚ ਜ਼ਿੰਦਗੀ ਨੂੰ ਆਰੇ ਲਾਉਣ ਲਈ, ਜ਼ਿੰਦਗੀ ਨੂੰ ਸਮਝ ਸੇਧ ਦੇਣ ਲਈ ਤੇ ਸੰਕਟ ਕਾਲ ਦੇ ਵਿੱਚੋਂ ਅਸੀਂ ਉੱਭਰ ਕਿਵੇਂ ਸਕਦੇ ਹਾਂ, ਨਿਕਲ ਕਿਵੇਂ ਸਕਦੇ ਹਾਂ, ਉਹਦੇ ਵਿੱਚ ਸਾਹਿਤ ਦਾ ਕੀ ਯੋਗਦਾਨ ਹੋ ਸਕਦਾ, ਉਹਦੇ ਵਿੱਚ ਅਕਾਦਮੀਆਂ ਦਾ ਕੀ ਯੋਗਦਾਨ ਹੋ ਸਕਦਾ, ਉਹਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਮੁਖੀ ਕਿਵੇਂ ਜਿਹੜੀ ਆ ਸਹਾਇਕ ਸਿੱਧ ਹੋ ਸਕਦੇ ਆ। ਸੋ ਇਹ ਇੱਕ ਛੋਟੀ ਜਿਹੀ ਨਿਮਾਣੀ ਜਿਹੀ ਕੋਸ਼ਿਸ਼ ਹੈ। ਮੈਨੂੰ ਨਹੀਂ ਲੱਗਦਾ ਕਿ ਅਸੀਂ ਕੁਝ ਬਹੁਤ ਵੱਡਾ ਕੋਈ ਜਿਹੜਾ ਹੈਗਾ ਮਾਰਕਾ ਮਾਰ ਰਹੇ ਹਾਂ, ਪਰ ਇੱਕ ਸ਼ਿੱਦਤ ਨਾਲ, ਤੀਬਰਤਾ ਨਾਲ, ਤਹਿ ਦਿਲੋਂ, ਦਿਲ ਦੀਆਂ ਡੂੰਘਾਈਆਂ ਚੋਂ ਯਤਨ ਕਰ ਰਹੇ ਹਾਂ ਕਿ ਜਿਹੜਾ ਸੰਕਟ ਦਾ ਸਮਾਂ ਹੈ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਸੌਖਾਲੇ ਜਿਹੇ ਤਰੀਕੇ ਦੇ ਨਾਲ ਲੰਘਾ ਸਕੀਏ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਇਸ ਗੱਲ ਦਾ ਮਾਣ ਮਹਿਸੂਸ ਕਰਦੀ ਹਾਂ ਕਿ ਅਸੀਂ ਉਸ ਪਰੰਪਰਾ ਦੇ ਵਿੱਚ ਅੱਗੇ ਗੁਰੂ ਦੇ ਸਿੱਖ ਹਾਂ, ਜਿਨ੍ਹਾਂ ਨੇ ਜ਼ਿੰਦਗੀ ਨੂੰ ਆਪਣੀ ਸਭ ਕੁਝ ਸਰਬੰਸ ਨੂੰ ਕੁਰਬਾਨ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕੋਈ ਜ਼ਿਆਦਾ ਕੁਝ ਨਹੀਂ ਕਹਿ ਸਕਦੇ, ਕਿਉਂਕਿ ਇਹਦੇ ਲਈ ਬਹੁਤ ਸਾਰਾ ਤੁਹਾਨੂੰ ਸਮਾਂ, ਸਾਰੀ ਸਿਆਹੀ ਮੁੱਕ ਜਾਊਗੀ, ਸਾਰਾ ਸਮੁੰਦਰ ਦਾ ਪਾਣੀ ਮੁੱਕ ਜਾਊਗਾ। ਜੋ ਕੁਝ ਉਹਨਾਂ ਨੇ ਦਿੱਤਾ ਉਸ ਨੂੰ ਅਸੀਂ ਬਸ ਉਹਦੇ ਚੋਂ ਇੱਕ ਕਿਣਕਾ ਮਾਤਰ ਵੀ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਵਸਾ ਸਕੀਏ, ਵਿਹਾਰਿਕ ਤੌਰ ਤੇ ਅਸੀਂ ਉਹਦੇ ਤੇ ਅਮਲ ਕਰ ਸਕੀਏ, ਤੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਇਹ ਜਿਹੜਾ ਜੀਵਨ ਆ ਉਹ ਸਾਕਾਰਤ ਹੋ ਸਕਦਾ ਹੈ। ਇਹ ਸਮਾਂ ਜਿਹੜਾ ਹੈ ਜਿਹਨੇ ਸਾਨੂੰ ਇਹ ਜ਼ਰੂਰ ਅਹਿਸਾਸ ਕਰਾਇਆ ਕਿ ਮਨੁੱਖ ਦੀ ਦੌੜ ਜਿਹੜੀ ਹੈ ਅਹੁਦਿਆਂ ਪਿੱਛੇ, ਪੈਸੇ ਪਿੱਛੇ, ਵਸਤਾਂ ਪਿੱਛੇ, ਉਹ ਬਿਲਕੁਲ ਉਹਦੇ ਕੋਈ ਮਾਇਨੇ ਨਹੀਂ ਹੈ, ਬੇਫਜ਼ੂਲ ਹੈ। ਉਹ ਮਨੁੱਖ ਨੂੰ ਚਾਹੀਦਾ ਇੱਕ ਤੰਦਰੁਸਤ ਸਰੀਰ ਔਰ ਖਾਣ ਨੂੰ ਰੋਟੀ ਤੇ ਜਿਉਣ ਦੇ ਲਈ ਆਕਸੀਜਨ। ਸੋ ਇਹ ਬੇਸਿਕ ਮੂਲ ਲੋੜਾਂ ਨੇ ਜਿਨ੍ਹਾਂ ਤੋਂ ਅਸੀਂ ਪਾਸੇ ਹੋ ਗਏ ਸੀ, ਪਰ ਮੈਨੂੰ ਲੱਗਦਾ ਇਸ ਸੰਕਟ ਨੇ ਸਾਨੂੰ ਉੱਥੇ ਤੱਕ ਫਿਰ ਮੁੜ ਤੋਂ ਸਾਨੂੰ ਸੁਰਜੀਤ ਕੀਤਾ ਆ। ਅਸੀਂ ਅਟਕ ਗਏ ਹਾਂ ਤੇ ਅਸੀਂ ਸੋਚਿਆ, ਸਾਨੂੰ ਇਹ ਮੌਕਾ ਮਿਲਿਆ ਕਿ ਮੁੜ ਕੇ ਸੋਚ ਕੇ ਅਸੀਂ ਦੁਬਾਰਾ ਜਿਹੜੇ ਆ ਜ਼ਿੰਦਗੀ ਨੂੰ ਕਿਵੇਂ ਚੰਗੀ ਤਰ੍ਹਾਂ ਨਾਲ ਸਾਕਾਰਤ ਕਰ ਸਕਦੇ ਹਾਂ। ਸੋ ਇਹ ਦੋਨੇ ਚੀਜ਼ਾਂ ਜੁੜੀਆਂ ਹੋਈਆਂ ਨੇ। ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਦਾ 400 ਸਾਲਾ ਔਰ ਇਸ ਵੇਲੇ ਜਿਹੜਾ ਸੰਕਟ ਹੈ, ਉਸ ਵੇਲੇ ਵੀ ਸੰਕਟ ਸੀ, ਹਿੰਦੂਆਂ ਤੇ ਸੰਕਟ ਸੀ, ਕਸ਼ਮੀਰੀ ਪੰਡਤਾਂ ਤੇ ਸੰਕਟ ਸੀ। ਵੈਸੇ ਮੈਨੂੰ ਇਹ ਨਹੀਂ ਲੱਗਦਾ ਹੁੰਦਾ ਕਿ ਜੇ ਇਕੱਲੇ ਹਿੰਦੂ ਹੁੰਦੇ ਤੇ ਗੁਰੂ ਸਾਹਿਬ ਨੇ ਉਹਨਾਂ ਲਈ ਹੀ ਕਰਨਾ ਸੀ। ਕੋਈ ਵੀ ਹੁੰਦਾ, ਮਨੁੱਖ ਹੁੰਦਾ ਜਿਹਦੇ ਤੇ ਕੋਈ ਸੰਕਟ ਹੁੰਦਾ ਤੇ ਗੁਰੂ ਸਾਹਿਬ ਦੇ ਇਸੇ ਤਰ੍ਹਾਂ ਹੀ ਉਹਨਾਂ ਦੀ ਮਦਦ ਕਰਨੀ ਸੀ, ਉਹਨਾਂ ਲਈ ਉਹੀ ਕੁਰਬਾਨੀ ਦੇਣੀ ਸੀ। ਸੋ ਅੱਜ ਤੇ ਉਸ ਸਮੇਂ ਦੇ ਵਿੱਚ ਸੰਕਟ ਸੀ, ਹੁਣ ਵੀ ਸੰਕਟ ਹੈ। ਸੋ ਅੱਜ ਅਸੀਂ ਆਪਣੇ ਸ਼ਾਇਰਾਂ ਦੇ ਰਾਹੀਂ ਇਸ ਨੂੰ ਵੇਖਾਂਗੇ, ਗੁਰੂ ਤੇਗ ਬਹਾਦਰ ਜੀ ਦੀ ਮਹਿਮਾ ਦੇ ਵਿੱਚ ਉਹ ਕਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਰਚਨਾਵਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਨੇ ਔਰ ਉਹਦੇ ਤੋਂ ਸਾਨੂੰ ਕੀ ਸੇਧ ਮਿਲੂਗੀ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫੇਰ ਪੰਜਾਬ ਆਰਟਸ ਕੌਂਸਲ ਦੇ ਸਕੱਤਰ ਜਨਰਲ ਲਖਵਿੰਦਰ ਸਿੰਘ ਜੌਹਲ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਤ ਅਮਰਜੀਤ ਕਸਕ ਜੀ, ਜਸਵਿੰਦਰ ਸਿੰਘ ਜੀ, ਜਸਵੰਤ ਜਫਰ ਜੀ, ਹਰਵਿੰਦਰ ਸਿੰਘ ਜੀ ਤੇ ਸਿਕੰਦਰ ਸਿੰਘ ਜੀ ਦਾ ਇਸ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੇ ਨਿੱਘਾ ਸਵਾਗਤ ਕਰਦੀ ਹਾਂ। ਸਤੀਸ਼ ਵਰਮਾ ਜੀ ਦੀ ਤਬੀਅਤ ਨਾਸਾਜ਼ ਹੋਣ ਕਰਕੇ ਉਹ ਇਸ ਵੇਲੇ ਸਾਡੇ ਨਾਲ ਨਹੀਂ ਜੁੜ ਸਕੇ, ਉਸ ਦੇ ਖਿਮਾ ਦੇ ਜਾਚਕ ਹਾਂ। ਪਰ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਸ ਸਮੇਂ ਨੂੰ ਸਾਕਾਰਤ ਕਰਾਂਗੇ ਔਰ ਬਹੁਤ ਕੁਝ ਜਿਹੜਾ ਆ ਉਹ ਇਸ ਪ੍ਰੋਗਰਾਮ ਤੋਂ ਸਿੱਖਾਂਗੇ। ਬਹੁਤ ਬਹੁਤ ਧੰਨਵਾਦ ਜੀ ਮੈਮ। ਜੀ ਦੋਸਤੋ, ਆਪਾਂ ਜਿਸ ਦੌਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਮਨਾ ਰਹੇ ਹਾਂ, ਉੱਥੇ ਇਹਦਾ ਮਹੱਤਵ ਸਿਰਫ ਇਸ ਕਰਕੇ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ,
ਸਗੋਂ ਉਹਨਾਂ ਦਾ ਇਸ ਤੋਂ ਕਿਤੇ ਵੱਧ ਮਹੱਤਵ ਇਸ ਰੂਪ ਦੇ ਵਿੱਚ ਹੈ ਕਿ ਉਹਨਾਂ ਦੀ ਬਾਣੀ, ਉਹਨਾਂ ਦੇ ਵਿਅਕਤਿਤਵ ਦੀ ਅੱਜ ਦੇ ਦੌਰ ਦੇ ਵਿੱਚ ਕੀ ਪ੍ਰਾਸੰਗਿਕਤਾ ਹੈ। ਮੈਨੂੰ ਲੱਗਦਾ ਹੈ ਕਿ ਸਾਡੀਆਂ ਕਵਿਤਾਵਾਂ ਤੇ ਸਾਡਾ ਚਿੰਤਨ, ਸਾਡੇ ਪ੍ਰੋਗਰਾਮ ਇਸ ਦਿਸ਼ਾ ਵੱਲ ਸੇਧਤ ਹੋਣੇ ਚਾਹੀਦੇ ਨੇ ਕਿ ਅਸੀਂ ਅੱਜ ਦੇ ਦੌਰ ਦੇ ਵਿੱਚ ਗੁਰੂ ਤੇਗ ਬਹਾਦਰ ਨੂੰ ਕਿਵੇਂ ਯਾਦ ਕਰ ਸਕਦੇ ਹਾਂ, ਕਿਵੇਂ ਆਪਣੀ ਜ਼ਿੰਦਗੀ ਅਪਲਾਈ ਕਰ ਸਕਦੇ ਹਾਂ। ਕਿਉਂਕਿ ਜਿਸ ਤਪ, ਜਿਸ ਸੰਜਮ, ਜਿਸ ਵੀਰਤਾ, ਜਿਸ ਤਿਆਗ, ਜਿਸ ਸੇਵਾ, ਜਿਸ ਵੈਰਾਗ, ਜਿਸ ਨਾਸ਼ਵਾਨਤਾ ਦੀ ਗੱਲ ਕੀਤੀ ਹੈ ਤੇ ਜਿਸ ਬਹੁਵਚਨੀ ਸੱਭਿਆਚਾਰ ਦੀ ਉਹਨਾਂ ਨੇ ਉਸ ਦੌਰ 'ਚ ਗੱਲ ਕੀਤੀ, ਉਹਦੀ ਅੱਜ ਦੇ ਦੌਰ ਦੇ ਵਿੱਚ ਵੀ ਉਨੀ ਹੀ ਜ਼ਰੂਰਤ ਹੈ। ਮੈਂ ਉਮੀਦ ਕਰਦਾ ਕਿ ਅਸੀਂ ਇਸ ਲੜੀ ਰਾਹੀਂ ਤੇ ਇਸ ਤੋਂ ਅਗਲੀਆਂ ਲੜੀਆਂ ਰਾਹੀਂ ਗੁਰੂ ਤੇਗ ਬਹਾਦਰ ਦੇ ਸੰਦੇਸ਼ ਨੂੰ ਇਸ ਰੂਪ ਦੇ ਵਿੱਚ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਦੇ ਇਸ ਕਵੀ ਦਰਬਾਰ ਦੇ ਵਿੱਚ ਦੀ ਤਰਤੀਬ ਜਿਹੜੀ ਹੋਊਗੀ ਬੋਲਣ ਦੀ, ਕਵਿਤਾ ਬੋਲਣ ਦੀ, ਮੈਂ ਪਹਿਲਾਂ ਦੱਸ ਰਿਹਾ ਤਾਂ ਕਿ ਤੁਸੀਂ ਪ੍ਰਿਪੇਅਰ ਰਹੋ। ਸਭ ਤੋਂ ਪਹਿਲਾਂ ਹਰਵਿੰਦਰ ਸਿੰਘ ਚੰਡੀਗੜ੍ਹ ਜੀ ਨੂੰ ਅਸੀਂ ਬੇਨਤੀ ਕਰਾਂਗੇ, ਉਸ ਤੋਂ ਬਾਅਦ ਜਸਵਿੰਦਰ ਰੁਪਾਲ ਹੋਰਾਂ ਨੂੰ, ਫਿਰ ਅਮਰਜੀਤ ਕਸਕ ਹੋਰਾਂ ਨੂੰ, ਫਿਰ ਸਿਕੰਦਰ ਰੜ, ਫਿਰ ਜਸਵੰਤ ਜਫਰ ਜੀ, ਉਸ ਤੋਂ ਬਾਅਦ ਲਖਵਿੰਦਰ ਜੌਹਲ ਸਰ, ਉਸ ਤੋਂ ਬਾਅਦ ਮੈਡਮ ਧੰਨਵਾਦ ਕਰਨਗੇ, ਨਾਲੇ ਆਪਣੀ ਕਵਿਤਾ ਸੁਣਾਵਾਂਗੇ ਤੇ ਵਿੱਚ ਵਿਚਾਲੇ ਕਿਤੇ ਮੈਂ ਵੀ ਆਪਣੀ ਕਵਿਤਾ ਸੁਣਾਵਾਂਗਾ ਜੀ। ਤੇ ਹੁਣ ਅਸੀਂ ਸ਼ੁਰੂ ਕਰ ਰਹੇ ਹਾਂ ਹਰਵਿੰਦਰ ਸਿੰਘ ਚੰਡੀਗੜ੍ਹ ਤੋਂ। ਹਰਵਿੰਦਰ ਸਿੰਘ ਚੰਡੀਗੜ੍ਹ ਪੰਜਾਬੀ ਦੇ ਬਹੁਤ ਅੱਛੇ ਪੋਇਟ ਨੇ। ਇਹਨਾਂ ਦੇ ਕਈ ਕਿਤਾਬਾਂ ਇਹਨਾਂ ਦੀ ਆਈਆਂ ਨੇ। ਗੁਲਾਬਾਸੀ ਇਹਨਾਂ ਦੀ ਕਿਤਾਬ ਹੈ, ਇੱਕ ਬਹੁਤ ਮਹੱਤਵਪੂਰਨ ਕਿਤਾਬ ਇਹਨਾਂ ਦੀ, 5 ਨਦੀਆਂ ਦਾ ਗੀਤ। ਇਹਨਾਂ ਨੇ ਬਹੁਤ ਸਾਰਾ ਕੰਮ ਗੁਰਮੁਖੀ ਤੋਂ ਸ਼ਾਹਮੁਖੀ, ਸ਼ਾਹਮੁਖੀ ਤੋਂ ਗੁਰਮੁਖੀ ਦੇ ਵਿੱਚ ਜਿਹੜੀ ਕਨਵਰਜਨ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਵਿਕੀਪੀਡੀਆ ਤੇ ਵੀ ਕੰਮ ਕਰਦੇ ਨੇ। ਸੋ ਹਰਵਿੰਦਰ ਚੰਡੀਗੜ੍ਹ ਜੀ, ਅੱਜ ਦੇ ਕਵੀ ਦਰਬਾਰ ਦੇ ਪਹਿਲੇ ਕਵੀ ਦੇ ਤੌਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ। ਮੇਰੀ ਆਡੀਓ ਤੇ ਵੀਡੀਓ ਤੁਹਾਨੂੰ ਠੀਕ ਆ ਰਹੀ ਹੈ? ਬੋਲੋ ਜੀ। ਵੀਡੀਓ ਤੁਹਾਡੀ ਅਜੇ ਨਹੀਂ ਦਿਖਾਈ ਦੇਣ ਲੱਗੀ, ਸਾਨੂੰ ਆਡੀਓ ਆ ਰਹੀ ਹੈ। ਇਹ ਮੈਨੂੰ ਸਮਝ ਨਹੀਂ ਆ ਰਿਹਾ ਕਿ ਮਸਲਾ ਕੀ ਹੈ। ਚਲੋ ਤੁਸੀਂ ਸ਼ੁਰੂ ਕਰੋ, ਮੈਂ ਦਿਖਾਉਣਾ। ਪਹਿਲਾਂ ਆ ਰਹੀ ਸੀ ਜੀ। ਜੀ ਹੁਣ ਆ ਰਹੀ ਹੈ ਜੀ, ਹੁਣ ਆ ਰਹੀ। ਬੋਲੋ ਜੀ। ਦੁਬਾਰਾ ਹੁਣ ਠੀਕ ਹੈ? ਆ ਰਹੀ ਹੈ ਆਵਾਜ਼? ਬਿਲਕੁਲ ਠੀਕ ਹੈ ਸਰ, ਬਿਲਕੁਲ। ਓਕੇ, ਥੈਂਕ ਯੂ। ਮਿਹਰਬਾਨੀ ਆਪਣਾ ਸਾਰੇ ਆਰਗੇਨਾਈਜ਼ਰਸ ਨੂੰ, ਸੋਲ ਨੂੰ, ਮੈਡਮ ਨੂੰ ਔਰ ਜੌਹਲ ਭਾਜੀ ਨੂੰ, ਸਭ ਨੂੰ ਬੜੀ ਮੁਬਾਰਕ। ਇਹ ਬਹੁਤ ਅੱਛਾ ਐਫਰਟ ਕਰ ਰਹੇ ਆ ਸਾਰੇ ਲੋਕਡਾਊਨ ਨੂੰ ਬ੍ਰੇਕ ਡਾਊਨ ਕਰਨ ਦਾ। ਤੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੀ ਨਜ਼ਮ ਪੇਸ਼ ਕਰ ਰਿਹਾ। ਜਿਵੇਂ ਮੈਡਮ ਸੋਲ ਨੇ ਦੱਸਿਆ ਕਿ ਅਸੀਂ ਜਿਸ ਵੱਡੇ ਕਿਸੇ ਰਹਿਨੁਮਾ ਨੇ ਕਿਸੇ ਵੇਲੇ ਰੋਲ ਪਲੇ ਕੀਤਾ ਹੁੰਦਾ, ਉਹ ਉੱਥੋਂ ਤੱਕ ਹੀ ਸੀਮਿਤ ਨਹੀਂ ਹੁੰਦਾ, ਉਹ ਉਸ ਤੋਂ ਆਉਣ ਵਾਲੇ ਸਮਿਆਂ ਤੱਕ ਵੀ ਉਸ ਦੀ ਐਕਸਟੈਂਸ਼ਨ ਹੁੰਦੀ ਹੈ। ਔਰ ਜਿਵੇਂ ਕਿਹਾ ਗਿਆ ਕਿ ਕੁਰਬਾਨੀ ਦੀ ਰੁੱਤ ਨਾ ਕੋਈ, ਹਰ ਪਲ ਹੈ ਕੁਰਬਾਨੀ ਦਾ, ਕੌਣ ਸ਼ਹੀਦ ਹੈ ਮੋਇਆ, ਮੌਤ ਕਢਾ ਕੇ ਸਾਹੇ ਤੇ। ਸੋ ਇਹ ਮਤਲਬ ਜੋ ਅੱਜ ਹਾਲਾਤ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਹੋਰ ਵੀ ਜ਼ਿਆਦਾ ਸਾਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਉਸ ਕਿਸਮ ਦੇ ਰਹਿਨੁਮਾਵਾਂ ਦੇ ਜੋ ਰਾਹ ਦਿਖਾਏ ਗਏ ਆ ਉਹਨਾਂ ਦੇ ਚੱਲਣ ਦੀ। ਮੈਂ ਜਿਹੜੀ ਨਜ਼ਮ ਹੈ ਮੇਰੀ, ਉਹ ਕਸ਼ਮੀਰ ਨੂੰ ਸੰਬੋਧਿਤ, ਕਸ਼ਮੀਰ ਦੇ ਵਿੱਚ ਜੋ ਮੁਸਲਮਾਨਾਂ ਦਾ ਜਦੋਂ ਇਹ ਪ੍ਰੋਬਲਮ ਬਣੀ ਪਿੱਛੇ, ਉਹਨਾਂ ਦੇ ਉੱਤੇ ਜੋ ਗੁਜ਼ਰੀ, ਉਸ ਨੂੰ ਸੰਬੋਧਿਤ ਹੋ ਕੇ ਮੈਂ ਲਿਖੀ ਸੀ। ਔਰ ਮੈਂ ਇਹ ਮਹਿਸੂਸ ਕੀਤਾ ਸੀ ਕਿ ਜੋ ਪਹਿਲਾਂ ਹਿੰਦੂਆਂ ਦਾ ਉਸ ਵੇਲੇ ਮਸਲਾ ਬਣਿਆ ਸੀ ਕਸ਼ਮੀਰ ਦੇ ਵਿੱਚ, ਤੇ ਗੁਰੂ ਸਾਹਿਬ ਨੇ ਉਦੋਂ ਜੋ ਸਟੈਪ ਲਿਆ ਸੀ, ਬਹੁਤ ਲਾਸਾਨੀ ਕਿਸਮ ਦਾ ਉਹਨਾਂ ਦਾ ਕਾਰਨਾਮਾ ਸੀ, ਉਹੀ ਚੀਜ਼ ਹੁਣ ਮੁਸਲਮਾਨਾਂ ਦੇ ਉੱਤੇ ਰਿਪੀਟ ਹੋ ਰਹੀ ਹੈ। ਤਾਂ ਬੰਦੇ ਦਾ ਧਰਮ, ਉਹ ਮੈਂ ਸਮਝਦਾ ਕਿ ਧਰਮ ਲਈ ਨਹੀਂ ਸੀ ਲੜੇ, ਉਹ ਇੱਕ ਇਨਸਾਨੀ ਹੱਕਾਂ ਵਾਸਤੇ ਲੜੇ ਸੀ। ਸੋ ਮੇਰੀ ਨਜ਼ਮ ਹੈ, ਹੇ ਗੁਰੂ ਤੈਨੂੰ ਕਸ਼ਮੀਰ ਬੁਲਾਉਂਦਾ ਹੈ। ਹੇ ਗੁਰੂ ਤੇਗ ਬਹਾਦਰ, ਪਾਟ ਗਈ ਹੈ ਉਹ ਹਿੰਦ ਦੀ ਚਾਦਰ, ਜਿਹੜੀ ਤੂੰ ਸੀਸ ਵਾਰ ਕੇ ਬਚਾਈ ਸੀ। ਤੇ ਮਗਰੋਂ ਜਿਹੜੀ ਬਚਾਈ ਸੀ ਗੋਬਿੰਦ ਨੇ ਸਰਬੰਸ ਵਾਰ ਕੇ। ਹੇ ਗੁਰੂ, ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾ ਰਿਹਾ ਹੈ। ਔਰੰਗਜ਼ੇਬ ਨੇ ਭਗਵਾਂ ਚੋਲਾ ਪਾ ਲਿਆ ਹੈ, ਮੱਥੇ ਤਿਲਕ ਲਗਾ ਲਿਆ ਹੈ, ਤੇ ਹੁਣ ਫਰਿਆਦੀ ਕਸ਼ਮੀਰੀ ਪੰਡਤ ਨਹੀਂ, ਹਾਜੀ ਨਮਾਜੀ ਕਸ਼ਮੀਰੀ ਮੁਸਲਮਾਨ ਨੇ। ਮੁਸਲਮਾਨ ਵੀ ਨਹੀਂ, ਮਜ਼ਲੂਮ ਇਨਸਾਨ ਨੇ। ਗੁਰੂ ਜੀ ਤੂੰ ਮੁੜ ਫੇਰਾ ਪਾ, ਇਨਸਾਨੀ ਧਰਮ ਤੇ ਲੰਗਾਰ ਹੋ ਰਹੀ ਚਾਦਰ ਨੂੰ ਬਚਾ। ਉਹ ਜੋ ਅੱਜ ਤੱਕ ਇਹ ਕਹਿੰਦੇ ਰਹੇ ਨੇ
ਕਿ ਤੂੰ ਕਸ਼ਮੀਰੀ ਪੰਡਤਾਂ ਦੇ ਹਿੰਦੂ ਧਰਮ ਦੀ ਰਾਖੀ ਕੀਤੀ ਸੀ, ਉਹਨਾਂ ਨੂੰ ਸਮਝਾ ਕਿ ਅਸਲ ਵਿੱਚ ਤੁਸਾਂ ਕਿਸੇ ਧਰਮ ਦੀ ਨਹੀਂ, ਜਾਬਰ ਦੇ ਜਬਰ ਤੋਂ ਮਜਲੂਮਾਂ ਦੇ ਇਨਸਾਨੀ ਹੱਕਾਂ ਦੀ ਰਾਖੀ ਕੀਤੀ ਸੀ। ਹੇ ਗੁਰੂ ਤੇਗ ਬਹਾਦਰ, ਤੈਨੂੰ ਮੁੜ ਕਸ਼ਮੀਰ ਬੁਲਾਉਂਦਾ ਹੈ। ਸੰਗੀਨਾਂ ਦੇ ਸਾਏ ਹੇਠ ਛਟਪਟਾਉਂਦਾ ਹੈ। ਚਿਨਾਰਾਂ ਦੇ ਹਰੇ ਪੱਤੇ ਸਹਿਮ ਕੇ ਇੱਕ ਪਲ ਵਿੱਚ ਪੀਲੇ ਹੋ ਗਏ ਨੇ। ਕਿਆਰੀਆਂ ਵਿੱਚ ਤਪੀਲੇ ਕੇਸਰ ਦਾ ਰੰਗ ਗੇਰੂਆ ਹੋ ਗਿਆ ਹੈ। ਬਾ ਖਾਤੂਨ ਕਬਰਾਂ ਵਿੱਚ ਵੀ ਸਹਿਮੀ ਬੈਠੀ ਹੈ। ਮਸਜਿਦਾਂ ਮੰਦਰਾਂ ਵਿੱਚ ਤੇ ਮਦਰਸੇ ਖੰਡਰਾਂ ਵਿੱਚ ਤਬਦੀਲ ਹੋਣ ਵਾਲੇ ਨੇ। ਹੇ ਗੁਰੂ ਤੇਗ ਬਹਾਦਰ, ਤੂੰ ਮੁੜ ਫੇਰਾ ਪਾ, ਤੈਨੂੰ ਮੁੜ ਕਸ਼ਮੀਰ ਬੁਲਾਉਂਦਾ ਹੈ। ਤੂੰ ਮੁੜ ਆ, ਇਨਸਾਨੀ ਧਰਮ ਤੇ ਲੰਗਾਰ ਹੋ ਰਹੀ ਹਿੰਦ ਦੀ ਚਾਦਰ ਨੂੰ ਮੁੜ ਬਚਾ। ਚਾਂਦਨੀ ਚੌਕ ਅੱਜ ਇੱਕ ਹੋਰ ਸੀਸ ਮੰਗਦਾ ਹੈ। ਧੰਨਵਾਦ। ਬਹੁਤ ਵਧੀਆ। ਚਾਂਦਨੀ ਚੌਕ ਅੱਜ ਹੋਰ ਇੱਕ ਸੀਸ ਮੰਗਦਾ ਹੈ। ਬਹੁਤ ਮਹੱਤਵਪੂਰਨ ਗੱਲ ਹੈ। ਵਰਤਮਾਨ ਸਮੇਂ ਦੇ ਵਿੱਚ ਜੋ ਪ੍ਰਸੰਗਿਕਤਾ ਬਣਦੀ ਹੈ ਗੁਰੂ ਤੇਗ ਬਹਾਦਰ ਦੀ ਬਾਣੀ ਦੀ, ਉਸ ਤੇ ਆਪਣੇ ਸ਼ਬਦ ਇਹਨਾਂ ਨੇ ਪੇਸ਼ ਕੀਤੇ ਨੇ। ਸੋ ਬਹੁਤ ਧੰਨਵਾਦ ਹਰਵਿੰਦਰ ਸਿੰਘ ਚੰਡੀਗੜ੍ਹ ਜੀ। ਤੇ ਹੁਣ ਅਸੀਂ ਇੱਕ ਵੱਖਰੇ ਰੰਗ ਦੀ ਸ਼ਾਇਰੀ ਨੂੰ ਮਾਣਾਂਗੇ। ਜਸਵਿੰਦਰ ਰੁਪਾਲ ਹੋਰੀ ਸਾਡੇ ਨਾਲ ਨੇ। ਜਸਵਿੰਦਰ ਰੁਪਾਲ ਹੋਰੀ ਉਸ ਪਰੰਪਰਾ ਦੇ ਵਾਰਸ ਨੇ ਜਿਹੜੀ ਕਵਿਸ਼ਰੀ ਪਰੰਪਰਾ ਸਾਡੇ ਕੋਲੋਂ ਖਤਮ ਹੁੰਦੀ ਜਾ ਰਹੀ ਹੈ। ਕਵਿਸ਼ਰੀ ਪਰੰਪਰਾ ਦੇ ਵਿੱਚ ਢਾਡੀ ਤੇ ਵਾਰਾਂ ਦੀ ਪਰੰਪਰਾ ਦੇ ਵਿੱਚ ਸਾਡੇ ਗੁਰੂਆਂ ਨੂੰ ਬਹੁਤ ਜ਼ਿਆਦਾ ਗਾਇਆ ਗਿਆ ਤੇ ਬਹੁਤ ਜ਼ਿਆਦਾ ਲਿਖਿਆ ਗਿਆ। ਉਸ ਪਰੰਪਰਾ ਦਾ ਇੱਕ ਰੰਗ ਆਪਾਂ ਜਸਵਿੰਦਰ ਰੁਪਾਲ ਹੋਰਾਂ ਦੀ ਕਲਮ ਤੋਂ ਸੁਣਾਂਗੇ। ਜਸਵਿੰਦਰ ਰੁਪਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਾਈਕ ਆਪਣਾ ਔਨ ਕਰ ਲਓ। ਸ਼ੇਅਰ ਦੀ ਪ੍ਰੋਵੀਜ਼ਨ ਨਹੀਂ ਆ ਰਹੀ। ਇੱਕ ਮਿੰਟ ਮੈਂ ਦੇਖ। ਹਾਂਜੀ ਰੁਪਾਲ ਸਾਹਿਬ। ਸਭ ਤੋਂ ਪਹਿਲਾਂ ਸਮੂਹ ਅਹੁਦੇਦਾਰਾਂ ਨੂੰ, ਸਾਹਿਤ ਅਕੈਡਮੀ ਦੇ ਤੇ ਬਾਕੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਆਪਣੇ ਆਪ ਨੂੰ ਵੈਸੇ ਬੜਾ ਭਾਗਾ ਮੰਨਦਾ ਤੇ ਮੈਨੂੰ ਇੱਕ ਸ਼ੇਅਰ ਯਾਦ ਆ ਰਿਹਾ ਵੈਸੇ, ये क्या मजाक फरिश्तों को सूझा है, खुदा के सामने ले आए हैं पिला कर मुझे। अपनी औकात ਤੇ ਜਿਹੜੇ ਵੱਡੇ ਵਿਦਵਾਨ ਨੇ ਉਹਨਾਂ ਦੇ ਨਾਲ ਤੁਲਨਾ ਕਰਨ ਦਾ ਮੈਨੂੰ ਲੱਗਦਾ ਕਿ ਮੇਰੇ ਵੱਡੇ ਭਾਗ ਨੇ ਕਿ ਮੈਨੂੰ ਇਸ ਕਵੀ ਦੇ ਵਾਰ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ, ਵੈਸੇ ਜਿਹੜੀ ਸਾਡੀ ਛੰਦਾਬੰਦੀ ਵਾਲੀ ਕਵਿਤਾ ਹੈ ਉਹ ਅੱਜ ਘਟ ਰਹੀ ਹੈ ਕਾਫੀ। ਸੋ ਇਹ ਜਿਹੜੀ ਕਵਿਤਾ ਮੈਂ ਹੁਣ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਕੋਰੜਾ ਛੰਦ ਵਿੱਚ ਹੈ। 2 ਟੇਕਾ ਕੋਰੜਾ ਛੰਦ ਹੈ ਜਿਸ ਨੂੰ ਜਿਹੜੇ ਕਵਿਸ਼ਰੀ ਨੇ ਉਹ ਸੁਣਾਉਂਦੇ ਨੇ। ਪਹਿਲਾਂ ਇੱਕ ਬੰਦਾ ਬੋਲਦਾ ਹੈ, ਫਿਰ ਦੂਸਰਾ ਬੋਲਦਾ ਹੈ। ਸੋ ਇਹ ਔਰੰਗਜ਼ੇਬ ਤੇ ਗੁਰੂ ਤੇਗ ਬਹਾਦਰ ਦੇ ਸਵਾਲ ਜਵਾਬ ਦੇ ਰੂਪ ਵਿੱਚ ਹੈ, ਸੰਵਾਦ ਦੇ ਰੂਪ ਵਿੱਚ ਹੈ। ਬੇਸ਼ੱਕ ਇਸ ਵੇਲੇ ਮੈਂ ਇਸ ਨੂੰ ਇਕੱਲਾ ਹੀ ਪੇਸ਼ ਕਰ ਰਿਹਾ, ਕੋਸ਼ਿਸ਼ ਕਰਾਂਗਾ ਥੋੜਾ ਜਿਹਾ ਇਸ ਨੂੰ ਤਰੰਨਮ ਵਿੱਚ ਪੇਸ਼ ਕਰਨ ਦੀ। ਸੋ ਆਸ ਹੈ ਸਾਰੇ ਧਿਆਨ ਨਾਲ ਸੁਣੋਗੇ ਜੀ। ਅੱਛਾ, ਇੱਕ ਵਾਰੀ ਔਰੰਗਜ਼ੇਬ ਬੋਲੇਗਾ ਤੇ ਇੱਕ ਵਾਰੀ ਗੁਰੂ ਸਾਹਿਬ। ਨਾਮ ਮੇਰੇ ਤਾਈ ਸਾਰਾ ਜੱਗ ਜਾਣਦਾ, ਕਰਕੇ ਵਿਖਾਵਾਂ ਜੋ ਵੀ ਦਿਲੋਂ ਠਾਣਦਾ। ਦਾਖਲ ਜੇ ਹੋਮੋ ਸ਼ਰਾ ਦੇ ਸਕੂਲ ਜੀ, ਭਲਾਂ ਵਿੱਚ ਸੂਲੀ ਦੀ ਬਣਾਵਾਂ ਸੂਲ ਜੀ, ਭਲਾਂ ਵਿੱਚ ਸੂਲੀ ਦੀ ਬਣਾਵਾਂ ਸੂਲ ਜੀ। ਪਿੰਜਰੇ 'ਚ ਕੈਦ ਮੁਸਕਾਉਂਦਾ ਸ਼ੇਰ ਹੈ, ਰੰਗੇ ਗਿੱਦੜਾਂ ਨੇ ਭਾਵੇਂ ਲਿਆ ਘੇਰ ਹੈ। ਗੁਰੂ ਜੀ ਤਾਂ ਬੋਲ ਬੋਲਦੇ ਕਮਾਲ ਦੇ, ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ, ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ। ਹਿੰਦੂ ਤੁਹਾਨੂੰ ਗੁਰੂ ਆਖ ਕੇ ਬੁਲਾਉਂਦੇ, ਮੰਨ ਲੈਣ ਝੱਟ ਜੋ ਵੀ ਤੁਸੀਂ ਚਾਹਮਦੇ। ਉਹਨਾਂ ਉੱਤੇ ਜ਼ੋਰ ਲਾਉਣਾ ਫਜ਼ੂਲ ਜੀ, ਭਲਾਂ ਵਿੱਚ ਸੂਲੀ ਦੀ ਬਣਾਵਾਂ ਸੂਲ ਜੀ, ਭਲਾਂ ਵਿੱਚ ਸੂਲੀ ਦੀ ਬਣਾਵਾਂ ਸੂਲ ਜੀ। ਤੇਰੇ ਜ਼ੁਲਮਾਂ ਤੋਂ ਡਾਢਾ ਆਏ ਤੰਗ ਸੀ, ਧਰਮ ਬਚਾ ਦੋ ਕਰਦੇ ਜੋ ਮੰਗ ਸੀ। ਆਏ ਜੋ ਸ਼ਰਨ ਅਸੀਂ ਲਾਜ ਭਾਲਦੇ, ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ, ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ। ਛੱਡ ਕੇ ਫਕੀਰੀ ਬਣੋਗੇ ਨਵਾਬ ਜੀ, ਮਾਣੋ ਰੱਜ ਰੱਜ ਦੌਲਤਾਂ ਸ਼ਬਾਬ ਜੀ। ਕਰੋ ਇਸਲਾਮ ਹੱਸ ਕੇ ਕਬੂਲ ਜੀ, ਸੂਲੀ ਦੀ ਤਾਂ ਭਲਾਂ 'ਚ ਬਣਾਵਾਂ ਸੂਲ ਜੀ, ਭਲਾਂ ਵਿੱਚ ਸੂਲੀ ਦੀ ਬਣਾਵਾਂ ਸੂਲ ਜੀ। ਦੌਲਤਾਂ ਸ਼ਬਾਬਾਂ ਦਾ ਰਤਾ ਵੀ ਮੁੱਲ ਨਾ ਭਾਲਦੇ, ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ, ਮੌਤ ਵਿੱਚੋਂ
ਦੌਲਤਾਂ ਸ਼ਬਾਬਾਂ ਦਾ ਰਤਾ ਵੀ ਮੁੱਲ ਨਾ, ਕੋਈ ਵੀ ਨਵਾਬੀ ਸੱਚੇ ਨਾਮ ਤੁਲਨਾ। ਲਾਲਚ ਚ ਆਵਾਂ ਦਿਲੋਂ ਹੀ ਨਿਕਾਲ ਦੇ, ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ। ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ। ਅੱਲਾ ਦਾ ਮਜ਼ਹਬ ਤੁਸੀਂ ਅਪਣਾ ਲਵੋ, ਪੀਰ ਵਾਲਾ ਰੁਤਬਾ ਤੁਰੰਤ ਪਾ ਲਵੋ। ਆਪ ਪ੍ਰਚਾਰੋ ਦੀਨ ਦੇ ਅਸੂਲ ਜੀ, ਭਲਾਂ ਵਿੱਚ ਸੂਲੀ ਦੀ ਬਣਾਵਾਂ ਸੂਲ ਜੀ। ਭਲਾਂ ਵਿੱਚ ਸੂਲੀ ਦੀ ਬਣਾਵਾਂ ਸੂਲ ਜੀ। ਸਿੱਖਿਆ ਨਾ ਅਸੀਂ ਡਰ ਨਾ ਡਰਾਵਣਾ, ਸਿੱਖੀ ਤਾਈਂ ਧੁਰ ਤੀਕ ਹੈ ਨਿਭਾਵਣਾ। ਫਸੀਏ ਨਾ ਵਿੱਚ ਤੇਰੇ ਕਿਸੇ ਜਾਲ ਦੇ, ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ। ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ। ਚੱਲ ਤੁਹਾਨੂੰ ਇੱਕ ਛੋਟ ਦੇਵਾਂ ਹੋਰ ਜੀ, ਦਿਖਾਓ ਕਰਾਮਾਤ ਪੂਰਾ ਲਾ ਕੇ ਜ਼ੋਰ ਜੀ। ਸਭ ਕੁਝ ਛੱਡਾਂ ਕਸਮ ਰਸੂਲ ਜੀ, ਭਲਾਂ ਵਿੱਚ ਸੂਲੀ ਦੀ ਬਣਾਵਾਂ ਸੂਲ ਜੀ। ਭਲਾਂ ਵਿੱਚ ਸੂਲੀ ਦੀ ਬਣਾਵਾਂ ਸੂਲ ਜੀ। ਕਰਾਮਾਤ ਦੂਸਰਾ ਹੈ ਨਾਮ ਕਹਿਰਦਾ, ਗੁਰਸਿੱਖ ਸਦਾ ਭਾਣੇ ਵਿੱਚ ਠਹਿਰਦਾ। ਕਦੇ ਵੀ ਨਾ ਰੱਬ ਦੀ ਰਜ਼ਾ ਨੂੰ ਟਾਲਦੇ, ਮੌਤ ਵਿੱਚੋਂ ਅਸੀਂ ਜ਼ਿੰਦਗੀ ਨੂੰ ਭਾਲਦੇ। ਮੌਤ ਵਿੱਚੋਂ ਅਸੀਂ ਜ਼ਿੰਦਗੀ ਹਾਂ ਭਾਲਦੇ। ਚੜ ਗਿਆ ਗੁੱਸਾ ਸੱਤਵੇਂ ਸਮਾਨ ਜੀ, ਸੋਚਦਾ ਔਰੰਗਾ ਕੀਤਾ ਅਪਮਾਨ ਜੀ। ਬੋਲਦਾ ਏ ਕਿਵੇਂ ਊਲ ਤੇ ਜਲੂਲ ਜੀ, ਸੂਲੀ ਦੀ ਨਾ ਕਦੇ ਵੀ ਬਣਾਵਾਂ ਸੂਲ ਜੀ। ਸੂਲੀ ਦੀ ਤਾਂ ਕਦੇ ਨਾ ਬਣਾਵਾਂ ਸੂਲ ਜੀ। ਗੁਰੂ ਸੱਚੇ ਪ੍ਰਭੂ ਨਾਲ ਲਿਵ ਲਾਈ ਕੇ, ਸ਼ਬਦ ਚ ਬੈਠੇ ਸੁਰਤ ਟਿਕਾਈ ਕੇ। ਮੁਖ ਉੱਤੇ ਚਿੰਨ ਰਤਾ ਨਾਮ ਲਾਲ ਦੇ, ਮੌਤ ਵਿੱਚੋਂ ਜ਼ਿੰਦਗੀ ਗੁਰੂ ਨੇ ਭਾਲ ਦੇ। ਮੌਤ ਵਿੱਚੋਂ ਜ਼ਿੰਦਗੀ ਗੁਰੂ ਨੇ ਭਾਲ ਦੇ। ਆਏ ਕੇ ਇਸ਼ਾਰਾ ਉੱਠਿਆ ਜਲਾਦ ਜੀ, ਖਿੱਚੀ ਤਲਵਾਰ ਉਸ ਮਿੰਟ ਬਾਅਦ ਜੀ। ਸੀਸ ਤੇ ਚਲਾਈ ਸੀਸ ਗਿਆ ਝੂਲ ਜੀ, ਸੂਲੀ ਦੀ ਨਾ ਕਦੇ ਵੀ ਬਣਾਵਾਂ ਸੂਲ ਜੀ। ਸੂਲੀ ਦੀ ਨਾ ਕਦੇ ਵੀ ਬਣਾਵਾਂ ਸੂਲ ਜੀ। ਚਾਰੇ ਪਾਸੇ ਮੱਚੀ ਅੱਜ ਹਾਹਾਕਾਰ ਜੀ, ਹੋਏ ਨੇ ਸ਼ਹੀਦ ਕੌਮ ਸਿਰ ਭਾਰ ਜੀ। ਲਿਖ ਨਾ ਸਕਣ ਸ਼ਬਦ ਰੁਪਾਲ ਦੇ, ਮੌਤ ਵਿੱਚੋਂ ਗੁਰੂ ਜ਼ਿੰਦਗੀ ਨੇ ਭਾਲ ਦੇ। ਮੌਤ ਵਿੱਚੋਂ ਗੁਰੂ ਜ਼ਿੰਦਗੀ ਨੇ ਭਾਲ ਦੇ। ਬਹੁਤ ਵਧੀਆ। ਮੌਤ ਵਿੱਚੋਂ ਗੁਰੂ ਜ਼ਿੰਦਗੀ ਨੇ ਭਾਲਦੇ। ਸੱਚਮੁੱਚ ਬਹੁਤ ਇਤਿਹਾਸਕ ਪਲ ਸੀ ਜਦੋਂ ਗੁਰੂ ਜੀ ਨੇ ਆਪਣਾ ਸਿਰ ਕੁਰਬਾਨ ਕੀਤਾ ਕੌਮ ਲਈ ਤੇ ਸਾਨੂੰ ਜ਼ਿੰਦਗੀ ਦਿੱਤੀ। ਬਹੁਤ ਧੰਨਵਾਦ ਜਸਵਿੰਦਰਪਾਲ ਜੀ ਤੁਹਾਡਾ। ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਅਮਰਜੀਤ ਕਸਕ ਹੋਰਾਂ ਵੱਲ। ਅਮਰਜੀਤ ਕਸਕ ਹੋਰਾਂ ਦੀ ਕਵਿਤਾ ਬਹੁਤ ਗੰਭੀਰ ਤੇ ਚਿੰਤਨੀ ਸੁਰ ਦੀ ਕਵਿਤਾ ਹੁੰਦੀ ਹੈ। ਇਹਨਾਂ ਦੀਆਂ ਕਈ ਕਿਤਾਬਾਂ ਕਵਿਤਾ ਦੀਆਂ ਆਈਆਂ ਨੇ, ਮੰਗੀ ਬਲੇ ਸੰਧੂਰ, ਆਪਣੀ ਲੋ, ਗਹਿਰ ਤੇ ਲੇਟੈਸਟ ਕਿਤਾਬ ਇਹਨਾਂ ਦੀ ਜੋ ਬਹੁਤ ਚਰਚਿਤ ਕਿਤਾਬ ਹੈ ਸਾਣ ਤੇ ਲੱਗਿਆ ਸਵੈ। ਬਹੁਤ ਖੂਬਸੂਰਤ ਕਵਿਤਾਵਾਂ ਅੱਜ ਕੱਲ੍ਹ ਲਿਖ ਰਹੇ ਨੇ। ਫੇਸਬੁੱਕ ਤੇ ਵੀ ਇਹਨਾਂ ਨੂੰ ਲਗਾਤਾਰ ਪੜ੍ਹੀਦਾ, ਬਹੁਤ ਸਰਗਰਮ ਨੇ ਉਸ ਮਾਧਿਅਮ ਤੇ ਵੀ। ਅਮਰਜੀਤ ਕਸਕ ਜੀ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਕਸਕ ਜੀ ਆਪਣਾ ਮਾਈਕ ਔਨ ਕਰ ਲਓ ਜੀ। ਆਪਣਾ ਮਾਈਕ ਤੁਹਾਡਾ ਬੰਦ ਕੀਤਾ ਹੈ ਜੀ, ਬੋਲੋ ਜੀ। ਹਾਂਜੀ, ਆਵਾਜ਼ ਆਈ ਜੀ? ਕੀ ਆ ਰਹੀ ਹੈ ਜੀ? ਓਕੇ ਜੀ। ਸਭ ਤੋਂ ਪਹਿਲਾਂ ਅਕਾਦਮੀ ਦੇ ਸਾਰੇ ਅਹੁਦੇਦਾਰਾਂ ਦਾ ਬਹੁਤ ਧੰਨਵਾਦ, ਸ਼ੁਕਰੀਆ ਇਸ ਪ੍ਰੋਗਰਾਮ ਆਰਗੇਨਾਈਜ਼ ਕਰਨ ਵਾਸਤੇ। ਬਹੁਤ ਅਹਿਮ ਪ੍ਰੋਗਰਾਮ ਨੇ, ਸਾਰੇ ਪ੍ਰੋਗਰਾਮ ਬਹੁਤ ਅਹਿਮ ਹੋ ਰਹੇ ਨੇ ਇਸ ਵਕਤ ਦੇ ਵਿੱਚ। ਬਹੁਤ ਸਾਰਥਕਤਾ ਹੈ ਇਹਨਾਂ ਸਾਰੇ ਪ੍ਰੋਗਰਾਮਾਂ ਦੀ। ਤੇ ਅੱਜ ਦਾ ਪ੍ਰੋਗਰਾਮ ਵੀ ਸਾਰੇ ਸ਼ਾਇਰ ਦੋਸਤਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਔਰ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਦੋ ਨਜ਼ਮਾਂ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇੱਕ ਨਜ਼ਮ ਹੈ ਪਹਿਲੀ, ਸਿਧਾਂਤ ਸੀਸ ਮੰਗਦਾ ਹੈ। ਥੋੜੀ ਇੱਕ ਗੱਲ ਕਰ ਜਾ ਮੈਂ ਇਸ ਨਜ਼ਮ ਤੋਂ ਪਹਿਲਾਂ ਕਿ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਰੇ ਕੰਮ ਨੂੰ ਹੀ ਇੱਕ ਕੰਟੀਨਿਊਟੀ ਦੇ ਵਿੱਚ ਦੇਖਿਆ ਹੈ ਕਿ ਦਰਅਸਲ ਸਿਧਾਂਤ ਹੀ ਸਾਰੇ ਗੁਰੂ ਸਾਹਿਬਾਨ ਦਾ ਜੋ ਕਾਰਜ ਹੈ, ਕਿਸੇ ਵੀ ਤਰ੍ਹਾਂ ਦਾ ਕਾਰਜ ਹੈ, ਉਸਦੇ ਪਿੱਛੇ ਉਹ ਕਾਰਜਸ਼ੀਲ ਹੈ। ਤੇ ਇਸ ਨੂੰ ਮੁੱਖ ਰੱਖਦਿਆਂ ਇਹ ਰਚਨਾ ਹੋਈ ਹੈ। ਸਿਧਾਂਤ ਸੀਸ ਮੰਗਦਾ ਹੈ। ਜਲਦੇ ਬਲਦੇ ਵਕਤਾਂ 'ਚ ਜਰਦ ਹੋਏ ਚਿਹਰਿਆਂ ਤੋਂ ਪਿਲੱਤਣ ਪੂੰਝਣ ਲਈ, ਜਲਦੇ ਬਲਦੇ ਵਕਤਾਂ 'ਚ ਜਰਦ ਹੋਏ ਚਿਹਰਿਆਂ ਤੋਂ ਪਿਲੱਤਣ ਪੂੰਝਣ ਲਈ, ਬਾਬਾ ਨਿਰਭਉ ਨਿਰਵੈਰ ਦਾ ਸਦੀਵੀ ਸਿਧਾਂਤ ਸਿਰਜਦਾ ਹੈ। ਸਿਧਾਂਤ ਸੀਸ ਮੰਗਦਾ ਹੈ, ਬਾਰ-ਬਾਰ ਮੰਗਦਾ ਹੈ।
ਪੰਜਵੀਂ ਕਾਇਆ ਚ ਨਾਨਕ ਅਰਪਦਾ ਹੈ ਆਪਾ। ਪੰਜਵੀਂ ਕਾਇਆ ਚ ਨਾਨਕ ਅਰਪਦਾ ਹੈ ਆਪਾ। ਉਮਤ ਮੋੜ ਕੱਟਦੀ, ਰਬਾਬ ਨਾਲ ਢੱਡ ਖੜਕਦੀ, ਪੀਰੀ ਨਾਲ ਮੀਰੀ ਸਜਦੀ, ਤਿਆਗ ਚੋਂ ਤੇਗ ਜੰਮਦੀ, ਰਗਾਂ ਚ ਖੌਲਦਾ ਲਹੂ, ਰਗਾਂ ਚ ਖੌਲਦਾ ਲਹੂ, ਤਵਾਰੀਖ ਦਾ ਨਵਾਂ ਬਰਕਾ ਲਿਖਦਾ। ਪਹਿਲੇ ਜਾਮੇ ਬਾਬਾ ਤਿਆਗ ਆਇਆ ਸੀ ਜੋ, ਸਾਧ ਸਤਹੀਣ ਹੋਇਆ ਜਨੇਊ। ਪਹਿਲੇ ਜਾਮੇ ਬਾਬਾ ਤਿਆਗ ਆਇਆ ਸੀ ਜੋ, ਸਾਧ ਸਤਹੀਣ ਹੋਇਆ ਜਨੇਊ। ਹੁਣ ਬੁੱਤ ਹੋਈਆਂ ਦੇਹਾਂ ਤੋਂ ਫਿਰ ਲਾਹੁਣ ਦੀ ਗੱਲ ਤੁਰੀ। ਹੁਣ ਬੁੱਤ ਹੋਈਆਂ ਦੇਹਾਂ ਤੋਂ ਫਿਰ ਲਾਹੁਣ ਦੀ ਗੱਲ ਤੁਰੀ। ਫਿਰ ਬੋਲਿਆ ਬਾਬਾ ਇਹ ਵੀ ਨਹੀਂ ਹੋਣ ਦੇਣਾ। ਕਿਆ ਬਾਤ ਹੈ। ਫਿਰ ਬੋਲਿਆ ਬਾਬਾ ਇਹ ਵੀ ਨਹੀਂ ਹੋਣ ਦੇਣਾ। ਭੈ ਦੇਣਾ ਵੀ ਨਹੀਂ, ਸਹਿਣਾ ਵੀ ਨਹੀਂ। ਇੰਜ ਸਿਧਾਂਤ ਲਈ ਸੀਸ ਲਾਉਣ ਦੇ ਪੂਰਨੇ, ਨਾਨਕ ਖੁਦ ਪਾਉਂਦਾ ਹੈ। ਸ਼ੁਕਰੀਆ ਜੀ। ਇੰਜ ਸਿਧਾਂਤ ਲਈ ਸੀਸ ਲਾਉਣ ਦੇ ਪੂਰਨੇ, ਨਾਨਕ ਖੁਦ ਪਾਉਂਦਾ ਹੈ। ਆ ਮਨੁੱਖੀ ਹੱਕਾਂ ਦੀ ਗੱਲ, ਆਜ਼ਾਦੀਆਂ ਦੇ ਪੱਛਮੀ ਰੌਲੇ, ਕੱਲ ਦੀਆਂ ਗੱਲਾਂ ਨੇ। ਇੱਕ ਛੋਟੀ ਜਿਹੀ ਨਜ਼ਮ ਹੈ ਜੀ, ਭੋਰੇ ਦਾ ਔਰਾ। ਭੋਰੇ ਦਾ ਜੋ ਸੰਕਲਪ ਹੈ ਗੁਰੂ ਤੇਗ ਬਹਾਦਰ ਸਾਹਿਬ ਨਾਲ ਕਈ ਕੁ ਗੱਲਾਂ ਕਰਕੇ ਜੁੜਿਆ ਹੋਇਆ, ਸਾਰੇ ਜਾਣਦੇ ਨੇ। ਇਹ ਕਾਰਜਸ਼ੀਲ ਹੈ ਇਸ ਨਜ਼ਮ ਦੀ ਪਿੱਠ ਭੂਮੀ ਦੇ ਵਿੱਚ। ਭੋਰੇ ਦਾ ਔਰਾ। ਜਦੋਂ ਕਦੇ ਮੈਂ ਘਰ ਨੂੰ ਘਰ ਵਿੱਚ ਨਾ ਰੜਕਾਂ, ਜਦੋਂ ਕਦੇ ਮੈਂ ਘਰ ਨੂੰ ਘਰ ਵਿੱਚ ਨਾ ਰੜਕਾਂ, ਤੇ ਘਰ ਨੂੰ ਤਤਕਾਲ ਲੋੜ ਹੋਵੇ ਮੇਰੀ, ਤਾਂ ਘਰ ਆਵਾਜ਼ ਮਾਰਦਾ ਹੈ ਕਿਹੜੇ ਭੋਰੇ 'ਚ ਉਤਰ ਗਏ ਹੋ। ਕਿਹੜੇ ਭੋਰੇ 'ਚ ਉਤਰ ਗਏ ਹੋ। ਫਿਰ ਮੈਂ ਵੀ ਭੋਰੇ ਦੇ ਔਰੇ 'ਚੋਂ ਬੋਲਦਾ ਹਾਂ। ਹਾਂ, ਭੋਰੇ 'ਚ ਉਤਰ ਗਿਆ ਸੀ, ਤੇਗ ਚੁੱਕਣ ਗਿਆ ਸੀ। ਹਾਂ, ਭੋਰੇ 'ਚ ਉਤਰ ਗਿਆ ਸੀ, ਤੇਗ ਚੁੱਕਣ ਗਿਆ ਸੀ। ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ, ਬਹੁਤ ਵਧੀਆ। ਕਸਕ ਸਾਹਿਬ, ਤੁਹਾਡੀ ਬਹੁਤ ਗੰਭੀਰ ਫਿਲਾਸਫੀ ਹੁੰਦੀ ਹੈ ਤੁਹਾਡੀ ਕਵਿਤਾ ਦੇ ਵਿੱਚ। ਬਹੁਤ ਸ਼ੁਕਰੀਆ ਤੁਹਾਡਾ। ਸ਼ੁਕਰੀਆ ਜੀ, ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ। ਹੁਣ ਅਸੀਂ ਸੁਣਦੇ ਹਾਂ ਬਿਲਕੁਲ ਨਵੇਂ ਕਵੀ ਸਿਕੰਦਰ ਰੜ ਨੂੰ। ਸਿਕੰਦਰ ਰੜ ਬਹੁਤ ਹੀ ਇੰਟੈਲੀਜੈਂਟ ਅਧਿਆਪਕ ਹੈ, ਬਹੁਤ ਹੋਣਹਾਰ ਅਧਿਆਪਕ ਹੈ। ਮਾਨਸਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹੈ। ETT ਕਾਡਰ ਤੋਂ ਚੱਲ ਕੇ ਹੁਣ ਲੈਕਚਰਰ ਕਾਡਰ ਤੱਕ ਪਹੁੰਚਿਆ। ਪਿਛਲੇ ਦਿਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਨਾਲ ਸੰਬੰਧਿਤ ਕੰਪੀਟੀਸ਼ਨ ਸਕੂਲਾਂ ਵੱਲੋਂ ਕਰਾਏ ਜਾ ਰਹੇ ਨੇ, ਤੇ ਉਹਨਾਂ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਕਵਿਤਾ ਦਾ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ। ਤੇ ਉਸ ਕਵਿਤਾ ਦੇ ਮੁਕਾਬਲੇ ਲਈ ਇਹਨਾਂ ਨੇ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ। ਜਦੋਂ ਮੈਂ ਕਵਿਤਾ ਪੜ੍ਹੀ, ਮੈਨੂੰ ਲੱਗਾ ਕਿ ਇਹ ਕਵਿਤਾ ਸਾਂਝੀ ਕਰਨੀ ਚਾਹੀਦੀ ਹੈ। ਤੇ ਇੱਕ ਨਵੇਂ ਕਵੀ ਦੀ ਆਮਦ ਦਾ ਵੀ ਅਸੀਂ ਸਵਾਗਤ ਕਰ ਰਹੇ ਹਾਂ ਸਿਕੰਦਰ ਰੜ ਦੇ ਰੂਪ ਦੇ ਵਿੱਚ। ਸਿਕੰਦਰ ਰੜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਪੰਜਾਬੀ ਸਾਹਿਤ ਜਗਤ ਦੀਆਂ ਸਾਰੀਆਂ ਹੀ ਮਹਾਨ ਸ਼ਖਸੀਅਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਮੈਂ ਬਹੁਤ ਹੀ ਧੰਨਵਾਦੀ ਹਾਂ ਡਾਕਟਰ ਕੁਲਦੀਪ ਸਿੰਘ ਜੀ ਦਾ ਤੇ ਸਤਪਾਲ ਭੀਖੀ ਜੀ ਦਾ, ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਮੇਰੀ ਪਹਿਲੀ ਕਵਿਤਾ ਐਡੇ ਵੱਡੇ ਮੰਚ ਤੇ ਪੰਜਾਬੀ ਸਾਹਿਤ ਜਗਤ ਦੀਆਂ ਬਹੁਤ ਹੀ ਸਰਮੌਰ ਸ਼ਖਸੀਅਤਾਂ ਦੇ ਵਿਚਾਲੇ ਪੜ੍ਹਨ ਦਾ ਮੌਕਾ ਦਿੱਤਾ ਹੈ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਕੱਟੜਤਾ ਬਨਾਮ ਪਰਪੱਕਤਾ। ਕੱਟੜਤਾ ਬਨਾਮ ਪਰਪੱਕਤਾ ਜੀ। ਜਿਵੇਂ ਆਪਣੇ ਆਪਣੇ ਪੈਂਤੜੇ ਮੱਲੇ ਹੋਏ ਨੇ ਸਭ ਨੇ, ਚਾਹੇ ਭਗਵੇਂ ਚੋਲਿਆਂ ਵਾਲੇ ਨੇ, ਚਾਹੇ ਨੀਲੇ ਚੋਲਿਆਂ ਵਾਲੇ ਨੇ, ਚਾਹੇ ਲਾਲ ਝੰਡੇ ਵਾਲੇ ਦੀਆਂ ਗੱਲਾਂ। ਤਾਂ ਜਦੋਂ ਉਹਨਾਂ ਨੂੰ ਇਹ ਲੱਗਣ ਲੱਗ ਜਾਵੇ ਵੀ ਸਾਡੀ ਵਿਚਾਰਧਾਰਾ ਹੀ, ਸਿਰਫ ਤੇ ਸਿਰਫ ਸਾਡੀ ਵਿਚਾਰਧਾਰਾ ਹੀ ਦੂਜਿਆਂ ਨਾਲੋਂ ਵਧੀਆ ਹੈ, ਉਹਨਾਂ ਦੀਆਂ ਵਿਚਾਰਧਾਰਾਵਾਂ ਨੂੰ ਜਦੋਂ ਕੋਈ ਤਰਜੀਹ ਨਾ ਦੇਣ, ਤਾਂ ਉਦੋਂ ਅਸੀਂ ਉਸ ਗੱਲ ਨੂੰ ਕੱਟੜਤਾ ਕਹਿੰਦੇ। ਪਰ ਜਦੋਂ ਅਸੀਂ ਸਾਡੇ ਗੁਰੂਆਂ ਦੀ ਵਿਚਾਰਧਾਰਾ ਨੂੰ ਬਾਝਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਪਰਪੱਕਤਾ ਨਜ਼ਰ ਆਉਂਦੀ ਹੈ। ਇਸ ਪਰਪੱਕਤਾ ਤੇ
ਕੱਟੜਤਾ ਨੂੰ ਦਰਸਾਉਂਦੀ ਹੈ ਮੇਰੀ ਕਵਿਤਾ। ਜੀ ਤੇ ਮੈਂ ਬਿਨਾਂ ਦੇਰੀ ਤੋਂ ਸ਼ੁਰੂ ਕਰਨ ਲੱਗਿਆ। ਬੜੇ ਚਿਰਾਂ ਤੋਂ ਇਹ ਉਲਝਣ ਸੁਲਝ ਹੀ ਨਹੀਂ ਰਹੀ ਸੀ। ਬੜੇ ਚਿਰਾਂ ਤੋਂ ਇਹ ਉਲਝਣ ਸੁਲਝ ਹੀ ਨਹੀਂ ਰਹੀ ਸੀ ਕਿ ਚਾਂਦਨੀ ਚੌਂਕ ਦਾ ਸ਼ਹੀਦ ਕਿਸ ਫਿਰਕੇ ਨਾਲ ਸੰਬੰਧਿਤ ਸੀ। ਤੇ ਉਲਝੇ ਹੋਇਆਂ ਦੇ ਸੁਲਝਾਉਣ ਦੇ ਬਸ ਦੀ ਗੱਲ ਵੀ ਨਹੀਂ ਸੀ ਜਾਪਦੀ। ਪੈਂਤੜੇ ਮੱਲੀ ਬੈਠੇ ਆਪਣੇ ਆਪਣੇ ਪੈਂਤੜਿਆਂ ਦੇ ਦਾਅ ਪੇਚ ਹੀ ਤਾਂ ਸਮਝਾ ਸਕਦੇ ਨੇ ਬਸ। ਸਰਬੱਤ ਦੇ ਭਲੇ ਦੀ ਦਿੱਤੀਆਂ ਸ਼ਹਾਦਤਾਂ ਨੂੰ ਸਮਝਣਾ ਔਖਾ ਹੈ ਬੜਾ ਇਹਨਾਂ ਤੰਗ ਦਾਇਰਿਆਂ ਦੇ ਬਾਸ਼ਿੰਦਿਆਂ ਦੇ। ਕਿਉਂਕਿ ਨਹੀਂ ਪਤਾ ਇਹਨਾਂ ਨੂੰ ਸਿਰੇ ਦੀ ਕੱਟੜਤਾ ਤੇ ਪਰਪੱਕਤਾ ਦੇ ਵਿੱਚ ਦਾ ਫਰਕ। ਕੱਟੜ ਤੋਂ ਪਰਪੱਕ ਹੋਣ ਚੀਕਦਾ ਪੈਂਦਾ ਕੋਝੀਆਂ ਅਕਲਾਂ ਤੇ ਸਮਝਾਂ ਦੇ ਕਦਮਾਂ ਦੀ ਪਹੁੰਚ ਤੋਂ ਲੰਮਾ ਹੈ ਬੜਾ। ਪਰ ਨਹੀਂ ਹੈ ਇੱਕ ਕਦਮ ਦੀ ਮਾਰ ਵੀ ਪੁਰਾਈਆਂ ਭੂਤਨਿਆਂ ਅਤੇ ਬੇਤਾਲਿਆਂ। ਇਹੀ ਤਾਂ ਉਲਝਣ ਸੀ ਫਿਰ ਕਿ ਪੁਰਾਈਏ ਤੇ ਕਮਲੇ ਸਮਝੀ ਦੇ ਦਰਵੇਸ਼ ਕਿਵੇਂ ਬਣ ਜਾਂਦੇ ਨੇ ਫਿਰ ਮੀਰੀ ਤੇ ਪੀਰੀ ਦੇ ਧਾਰਨੀ, ਤੇਕਾਂ ਦੇ ਬਹਾਦਰ ਤੇ ਤਿਲਕ ਜੰਝੂ ਦੇ ਰਾਖੀ। ਮਨੁੱਖ ਦੀ ਜਾਤ ਸਿਰਫ ਮਨੁੱਖ ਸਮਝਣ ਵਾਲੇ ਸੱਚ ਦੇ ਅਲੰਬਰਦਾਰ। ਜਗਨਨਾਥਪੁਰੀ ਦੇ ਮੰਦਰ ਤੋਂ ਮੱਕੇ ਮਦੀਨਾ ਤੱਕ ਦਾ ਸਫ਼ਰ, ਜੋਗੀਆਂ ਦੇ ਜੋਗ ਤੋਂ ਸੂਫੀਆਂ ਦੇ ਕਲਾਮ ਤੀਕਰ ਕੁਝ ਵੀ ਤੇ ਨਹੀਂ ਭੁਲਾਇਆ ਇਹਨਾਂ ਸ਼ਾਹ ਦੇ ਦੀਵਾਨਿਆਂ ਦੇ। ਮੈਦਾਨੇ ਜੰਗ ਵੀ ਸਿਰਫ ਮਰਨ ਮਾਰਨ ਲਈ ਨਹੀਂ ਹੁੰਦਾ ਇਹਨਾਂ ਕਨ੍ਹਈਆਂ ਦੇ ਲਈ। ਸਹਿਕ ਦੇ ਦੁਸ਼ਮਣਾਂ ਲਈ ਮੱਲਮ ਤੇ ਮਸ਼ਕ ਵੀ ਹੋ ਜਾਂਦਾ ਹੈ ਜੰਗੇ ਮੈਦਾਨ। ਸਹਿਕ ਦੇ ਦੁਸ਼ਮਣਾਂ ਲਈ ਮੱਲਮ ਤੇ ਮਸ਼ਕ ਵੀ ਹੋ ਜਾਂਦਾ ਹੈ ਜੰਗੇ ਮੈਦਾਨ। ਕਿਉਂਕਿ ਇਹਨਾਂ ਲਈ ਸਭ ਤੋਂ ਉੱਪਰ ਦੀ ਗੱਲ ਹੈ ਸਭ ਕੋ ਮੀਤ ਹਮ ਦਾਖਲ ਕੀਨਾ ਹਮ ਸਭਨਾ ਕੇ ਸਹਿਤਨ ਦਾਖਲ ਵੈਰੀ ਨਾਹੀ ਬਗਾਨਾ ਸਗਨ ਸੰਗ ਹਮ ਕੋ ਬਣਾਈ। ਨਿਰਭਉ ਨੇ ਨਿਰਵੈਰ ਨੇ ਨਹੀਂ ਖਾਂਦੇ ਭੈ ਕਿਸੇ ਜਾਵਰ ਤੋਂ। ਥੋੜਾ ਮਾਈਕ ਨੇੜੇ ਕਰ ਲਓ ਮਾਈਕ। ਨਿਰਭਉ ਨੇ ਨਿਰਵੈਰ ਨੇ ਨਹੀਂ ਖਾਂਦੇ ਭੈ ਕਿਸੇ ਜਾਵਰ ਤੋਂ। ਤਾਈਓ ਤਾਂ ਧਰਤੀ ਨੂੰ ਸਿਰਫ ਇੱਕੋ ਰੰਗ ਚ ਰੰਗਣ ਦੀ ਚਾਹਤ ਰੱਖਣ ਵਾਲੇ ਔਰੰਗੇ ਨਹੀਂ ਚਾੜ ਸਕੇ ਇਹਨਾਂ ਉੱਪਰ ਆਪਣੀ ਮਰਜ਼ੀ ਦੇ ਰੰਗ। ਨਹੀਂ ਉਜਾੜ ਸਕੇ ਉਹ ਕਸ਼ਮੀਰ ਦੀ ਧਰਤੀ ਦੇ ਵੰਨ ਸੁਵੰਨੇ ਫੁੱਲ। ਇਹੋ ਤਾਂ ਸਮਝਣਾ ਔਖਾ ਹੈ ਕਿ ਨਹੀਂ ਸੀ ਪਹਿਲਾਂ ਜਦੋਂ ਨਾਨਕ ਨੇ ਅਡੰਬਰਾਂ ਦਾ ਜਨੇਊ ਨਹੀਂ ਸੀ ਲਵਾਇਆ ਜਦੋਂ ਮੱਥੇ ਤੇ ਉਹਨਾਂ ਨੇ ਪਾਖੰਡ ਦਾ ਤਿਲਕ। ਫਿਰ ਉਸੇ ਹੀ ਤਿਲਕ ਜੰਝੂ ਦੀ ਖਾਤਰ ਕੀ ਸੀ ਇਹ ਕੌਤਕ ਅੱਖਰ ਕਿ ਚੌਂਕ ਚਾਂਦਨੀ ਦੇ ਔਕੇ ਪੈਂਡਿਆਂ ਵੱਲ ਨੂੰ ਤੁਰ ਪੈਂਦਾ ਏ ਇਹ ਨੌਵਾਂ ਨਾਨਕ ਬਚਨ। ਆਖਰ ਕਿਹਨਾਂ ਲਈ? ਉਹਨਾਂ ਦੇ ਲਈ ਜਿਨ੍ਹਾਂ ਨੂੰ ਨਹੀਂ ਸੀ ਮਨਜ਼ੂਰ ਨਾਨਕ ਦਾ ਚਾਨਣ ਵੰਡਦਾ ਸਫ਼ਰ। ਅੱਖਾਂ 'ਚ ਰੜਕਦੇ ਸੀ ਜਿਨ੍ਹਾਂ ਦੇ ਆਦ ਗ੍ਰੰਥ ਦੇ ਇਨਕਲਾਬੀ ਅੱਖਰ। ਪਾਇਆ ਸੀ ਜਿਨ੍ਹਾਂ ਤੱਤੀਆਂ ਤਵੀਆਂ ਹੇਠ ਬਲਦੇ ਬਾਲਣਾ ਤੇ ਤੇਲ ਤਾਂ ਜੋ ਮਿਟਾ ਸਕਣ ਵਿਚਾਰਾਂ ਨੂੰ ਜਿਨ੍ਹਾਂ ਕਰਕੇ ਮਿਲ ਰਿਹਾ ਸੀ ਅਰਵਾਸ ਬਲੂੰਦਰੇ ਜਾ ਰਹੇ ਫਿਰਦਿਆਂ। ਆਉਣ ਲੱਗੀ ਸੀ ਸਨਾਖਤ ਲੋਟੀਆਂ ਦੀ ਲਾਲੂਆਂ ਦੇ ਵਿਹੜਿਆਂ 'ਚ ਸ਼ਰੇਆਮ। ਬੇਲਰਾਂ ਦੀਆਂ ਥਾਲੀਆਂ ਦੇ ਖੀਰ ਪੂੜੇ ਪੈਣ ਲੱਗੇ ਸਨ ਸਿੱਥੇ। ਲਾਣਿਆਂ ਦੀਆਂ ਨਸ਼ਮੇ ਰਕਾਵਾਂ ਨੂੰ ਲੰਘਣ ਦਾ ਖੀਆ ਕਰ ਰਹੇ ਸਨ ਹਾਸ਼ੀਏ ਤੇ ਧੱਕੇ ਹੋਏ ਅਠੌਤੀ ਨੀਚ ਲੋਕ। ਕਿਉਂਕਿ ਇਹੀ ਸ਼ੌਕਤਾ ਸਿਖਾਉਂਦੇ ਨੇ ਸਿਰਾਂ ਨੂੰ ਕੱਟੇ ਜਾਣ ਦੀ ਜਾਂਚ। ਨਹੀਂ ਕੱਟ ਸਕਦੀ ਔਰੰਗੇ ਦੀ ਤਲਵਾਰ ਇਹ ਵਿਚਾਰ। ਤੇ ਨਾ ਹੀ ਮਿਟਣਗੇ ਇਹ ਦੇਗਾਂ ਦੇ ਉਬਾਲਿਆਂ ਤੇ ਮੂੰਹ ਦੇ ਲਪੇਟਿਆਂ ਦੇ ਨਾਲ। ਅਤੇ ਨਾ ਹੀ ਚੀਰ ਸਕੇਗੀ ਇਹਨਾਂ ਨੂੰ ਆਰਿਆਂ ਦੀ ਤਿੱਖੀ ਤੇਜ਼ ਧਾਰ। ਇਹ ਤਾਂ ਆ ਜੁਗਾਦੀ ਨੇ ਤੇ ਹਸ਼ਰ ਟੀਕ ਰਹਿਣੇ ਨੇ। ਇਹ ਤਾਂ ਆਇਆ ਜੁਗਾਦੀ ਨੇ ਤੇ ਹਸ਼ਰ ਟੀਕ ਰਹਿਣੇ ਨੇ। ਇਹ ਭੈ ਦਾ ਆਲਮ ਨਹੀਂ ਸਿਰਜਦੇ ਆਪਣੇ ਅਪਣਾਏ ਜਾਣਦੇ। ਇਹ ਭੈ ਦਾ ਆਲਮ ਨਹੀਂ ਸਿਰਜਦੇ ਆਪਣੇ ਅਪਣਾਏ ਜਾਣ ਦੇ ਲਈ। ਅਤੇ ਨਾ ਹੀ ਸਿਰਜਣ ਦਿੰਦੇ ਨੇ ਦਹਿਸ਼ਤ ਦਾ ਮਾਹੌਲ ਕਿਸੇ ਵੀ ਲੀਕ ਨੂੰ ਮਿਟਾਵਣ ਦੇ ਲਈ। ਅਤੇ ਨਾ ਹੀ ਸਿਰਜਣ ਦਿੰਦੇ ਨੇ ਦਹਿਸ਼ਤ ਦਾ ਮਾਹੌਲ ਕਿਸੇ ਵੀ ਲੀਕ ਨੂੰ ਮਿਟਾਵਣ ਦੇ ਲਈ। ਕਿਉਂਕਿ ਪਤਾ ਏ ਇਹਨਾਂ ਨੂੰ ਵੀ ਕੇਵਲ ਟਾਹਲੀ ਦੇ ਦਰਖਤਾਂ ਨਾਲ ਤਾਂ ਨਹੀਂ ਜੰਗਲ ਬਣ ਜਾਂਦਾ। ਨਾ ਹੀ ਇਕੱਲੇ ਗੇਂਦੇ ਦੇ ਫੁੱਲ ਸਿਰਜ ਸਕਦੇ ਨੇ ਸੋਝ ਦਾ ਬਾਗ। ਅਤੇ ਨਾ ਹੀ ਬਣ ਸਕਦੀ ਹੈ ਰੰਗੋਲੀ ਇਕੱਲੇ ਹਰੇ ਕੇਸਰੀ ਜਾਂ ਭਗਵੇਂ ਰੰਗ ਦੇ ਨਾਲ। ਵਾਹ, ਬਹੁਤ ਅੱਛੇ। ਅਤੇ ਨਾ ਹੀ ਬਣ ਸਕਦੀ ਹੈ ਰੰਗੋਲੀ ਇਕੱਲੇ ਹਰੇ ਕੇਸਰੀ ਜਾਂ ਭਗਵੇਂ ਰੰਗ ਦੇ ਨਾਲ। ਤਾਈਓ ਤਾਂ ਨਹੀਂ ਬਣ ਦਿੱਤਾ
हिंद दी चादर ने इस धरती नूं दार-उल सलाम। नहीं रंगी गई कायनात हैदरी झंडे दे केवल गूढ़े हरे रंग दे नाल। कट्टरता दे वार नहीं कर सके पार परपक्ता दी ढाल दे मजबूत फौलाद नूं। क्योंकि सिर्फ कागजां दे साड़ देण नाल कदे विचार नहीं मिटदे। खून नाल सिरजे इतिहास पाड़िया नहीं पाटदे। कदे रुले ने सीस ते धड़ चौराहियां च जैत्यां ते बनजारियां दे हुंदे। जद तक रहूगी चेत्यां च तत्ती तवी ते बैठी सहज परपक्ता। याद रहूगी जदों तीक चौंक चांदनी च हारी घोर कट्टड़ता। रहणगे मौल दे उदों तीक हरे भरे जंगल। महकदे रहणगे बन सवन्ने फुੱਲ इत्थे ते रहणगे कायम सतरंगी दे पीक दे सारे ही रंग। क्योंकि पंजाब जिउंदा है गुरां दे नां ते। पंजाब ने जिउणा है गुरां दे नां ते। बहुत धन्नवाद अच्छे, जी साਰਿਆਂ बहुत बहुत- अच्छे सिकंदर बहुत जी, ਵਧੀਆ बहुत ਸਿਕੰਦਰ। अच्छे। ਬਹੁਤ ਖੂਬਸੂਰਤ। ਬਹੁਤ ਕਮਾਲ ਦਾ ਚਿੰਤਨ ਤੁਸੀਂ ਸਮੁੱਚੀ ਗੁਰੂ ਸਾਹਿਬ ਦੀ ਫਿਲਾਸਫੀ ਦੇ ਵਿੱਚ ਪਹਿਲੇ ਗੁਰੂ ਤੋਂ ਲੈ ਕੇ 9ਵੇਂ ਗੁਰੂ ਤੱਕ ਸਾਰੀ ਫਿਲਾਸਫੀ ਦੇ ਰੰਗ ਤੁਹਾਡੀ ਕਵਿਤਾ ਦੇ ਨੇ। ਤੁਹਾਡੀ ਪਹਿਲੀ ਕਵਿਤਾ ਹੈ, ਬਹੁਤ ਮੈਚੁਰ ਕਵਿਤਾ ਹੈ। ਉਮੀਦ ਹੈ ਤੁਹਾਡੇ ਤੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤੋਂ ਵੀ ਅੱਛੀਆਂ ਕਵਿਤਾਵਾਂ ਸੁਣ ਸਕਾਂਗੇ ਜੀ। ਹੋਰ ਅੱਗੇ ਵੱਧਦੇ ਹਾਂ ਜੀ। ਆਪਾਂ ਹੁਣ ਸੁਣਦੇ ਹਾਂ ਜਸਵੰਤ ਜਫਰ ਹੋਰਾਂ ਨੂੰ। ਜਸਵੰਤ ਜਫਰ ਹੋਰਾਂ ਦਾ ਸਿੱਖ ਚਿੰਤਨ ਤੇ ਸਿੱਖ ਫਿਲਾਸਫੀ ਤੇ ਆਧਾਰਿਤ ਕਵਿਤਾਵਾਂ ਦੇ ਵਿੱਚ ਬਹੁਤ ਵੱਡਾ ਨਾਂ ਹੈ। ਉਹਨਾਂ ਦੀਆਂ ਬਹੁਤੀਆਂ ਕਿਤਾਬਾਂ ਇਸ ਦਿਸ਼ਾ ਵੱਲ ਆਈਆਂ ਨੇ ਤੇ ਇਹਨਾਂ ਦਾ ਬਹੁਤ ਸਾਰਾ ਕੰਮ ਇਸ ਦਿਸ਼ਾ ਵੱਲ ਹੈ। ਦੋ ਸਾਹਾਂ ਵਿਚਕਾਰ ਇਹਨਾਂ ਦੀ ਕਿਤਾਬ ਸੀ ਪਹਿਲੀ, ਫਿਰ ਉਸ ਤੋਂ ਬਾਅਦ ਬਹੁਤ ਮਕਬੂਲ ਹੋਈ ਸੀ ਕਿਤਾਬ ਅਸੀਂ ਨਾਨਕ ਦੇ ਕੀ ਲੱਗਦੇ ਹਾਂ। ਇਸੇ ਤਰ੍ਹਾਂ ਹੀ ਉਹਨਾਂ ਦੀ ਕਿਤਾਬ ਇਹ ਬੰਦਾ ਕੀ ਹੁੰਦਾ ਤੇ ਲੇਟੈਸਟ ਕਿਤਾਬ ਮੈਨੂੰ ਇਉਂ ਲੱਗਿਆ। ਇਹ ਸਾਰੀਆਂ ਕਿਤਾਬਾਂ ਬਹੁਤ ਚਿੰਤਨੀ ਸੁਰਗੀਆਂ ਕਿਤਾਬਾਂ ਨੇ, ਕਵਿਤਾਵਾਂ ਨੇ ਤੇ ਜਸਵੰਤ ਜਫਰ ਪੰਜਾਬੀ ਦੇ ਦਾਰਸ਼ਨਿਕ ਪੱਧਰ ਦੇ ਕਵੀ ਨੇ। ਸੋ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਜਸਵੰਤ ਜਫਰ ਜੀ, ਸਵਾਗਤ ਕਰਦੇ ਹਾਂ ਤੁਹਾਡਾ। ਸ਼ੁਕਰੀਆ ਜੀ ਡਾਕਟਰ ਕੁਲਦੀਪ ਜੀ। ਮੈਂ ਦੋ ਛੋਟੀਆਂ ਨਜ਼ਮਾਂ ਸਾਂਝੀਆਂ ਕਰਦਾ ਤੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਿਕੰਦਰ ਹੋਰਾਂ ਦਾ ਤੇ ਕਸਕ ਸਾਹਿਬ ਦਾ ਕਿ ਇਹਨਾਂ ਦੇ ਹਵਾਲੇ ਨਾਲ ਸਾਨੂੰ ਬਹੁਤ ਸ਼ਾਨਦਾਰ ਤੇ ਵਧੀਆ ਕਵਿਤਾਵਾਂ ਸੁਣਨ ਨੂੰ ਮਿਲੀਆਂ ਜੀ। ਨਜ਼ਮ ਹੈ ਗੁਰੂ ਤੇਗ ਬਹਾਦਰ। ਅੱਜ ਕਵੇਲੇ ਉੱਠਿਆ ਹਾਂ, ਛੁੱਟੀ ਹੈ 9ਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਦੀ। ਅੱਜ ਕਵੇਲੇ ਉੱਠਿਆ ਹਾਂ, ਛੁੱਟੀ ਹੈ 9ਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਦੀ। ਉਬਾਸੀ ਨੇ ਚਾਹ ਨੂੰ ਆਵਾਜ਼ ਮਾਰੀ। ਉਬਾਸੀ ਨੇ ਚਾਹ ਨੂੰ ਆਵਾਜ਼ ਮਾਰੀ ਹੈ, ਕੇਸੀ ਨਹਾਵਾਂਗਾ ਪਿਛਲੇ ਐਤਵਾਰ ਨਹੀਂ ਨਹਾ ਸਕਿਆ ਆਪਣੇ ਜੰਜਾਲਾਂ ਝੰਜਟਾਂ ਝਮੇਲਿਆਂ ਕਾਰਨ। ਕੇਸੀ ਨਹਾਵਾਂਗਾ ਪਿਛਲੇ ਐਤਵਾਰ ਨਹੀਂ ਨਹਾ ਸਕਿਆ ਆਪਣੇ ਜੰਜਾਲਾਂ ਝੰਜਟਾਂ ਝਮੇਲਿਆਂ ਕਾਰਨ। ਕੇਸੀ ਨਹਾਉਣ ਤੋਂ ਆਪਣਾ ਸਿਰ ਚਿੱਤੇ ਆਇਆ, ਆਪਣੇ ਸਿਰ ਤੋਂ ਗੁਰੂ ਦਾ ਸੀਸ ਯਾਦ ਆਇਆ। ਕੇਸੀ ਨਹਾਉਣ ਤੋਂ ਆਪਣਾ ਸਿਰ ਚੇਤੇ ਆਇਆ, ਆਪਣੇ ਸਿਰ ਤੋਂ ਗੁਰੂ ਦਾ ਸੀਸ ਯਾਦ ਆਇਆ। ਜੋ ਅੱਜ ਦੇ ਦਿਨ ਉਤਾਰਿਆ ਸੀ ਹੈਂਕੜ ਦੇ ਦਸਤੇ ਵਾਲੀ, ਹਕੂਮਤ ਹੱਥ ਫੜੀ ਅਨਿਆਂ ਦੀ ਤਲਵਾਰ ਨੂੰ। ਆਪਣੇ ਸਿਰ ਤੋਂ ਗੁਰੂ ਦਾ ਸੀਸ ਯਾਦ ਆਇਆ, ਜੋ ਅੱਜ ਦੇ ਦਿਨ ਉਤਾਰਿਆ ਸੀ ਹੈਂਕੜ ਦੇ ਦਸਤੇ ਵਾਲੀ, ਹਕੂਮਤ ਹੱਥ ਫੜੀ ਅਨਿਆਂ ਦੀ ਤਲਵਾਰ ਨੇ। ਪਰ ਕੱਟਿਆ ਸੀਸ ਹੇਠਾਂ ਨਾ ਡਿੱਗਿਆ, ਰੁਲਿਆ ਨਾ ਮਿਟਿਆ, ਅੰਬਰ ਤੇ ਜਾ ਦਰਸ਼ਨ ਨਹੀਂ ਹੋਇਆ। ਪਰ ਕੱਟਿਆ ਸੀਸ ਹੇਠਾਂ ਨਾ ਡਿੱਗਿਆ, ਰੁਲਿਆ ਨਾ ਮਿਟਿਆ, ਅੰਬਰ ਤੇ ਜਾ ਦਰਸ਼ਨ ਨਹੀਂ ਹੋਇਆ। ਇਤਿਹਾਸ ਤੇ ਅੰਬਰ ਤੇ, ਸੋਚਾਂ ਦੇ ਅਸਮਾਨ ਤੇ, ਜੋ ਰਾਹ ਰਸ਼ਨਾਉਂਦਾ ਰਹੇਗਾ ਮਨੁੱਖਾਂ ਦਾ, ਮਨੁੱਖਤਾ ਦੇ ਰਹਿਣ ਤੱਕ। ਕੱਟਿਆ ਸੀਸ ਹੇਠਾਂ ਨਾ ਡਿੱਗਿਆ, ਰੁਲਿਆ ਨਾ ਮਿਟਿਆ, ਅੰਬਰ ਤੇ ਜਾ ਦਰਸ਼ਨ ਨਹੀਂ ਹੋਇਆ। ਇਤਿਹਾਸ ਤੇ ਅੰਬਰ ਤੇ, ਸੋਚਾਂ ਦੇ ਅਸਮਾਨ ਤੇ, ਜੋ ਰਾਹ ਰਸ਼ਨਾਉਂਦਾ ਰਹੇਗਾ ਮਨੁੱਖਾਂ ਦਾ, ਮਨੁੱਖਤਾ ਦੇ ਰਹਿਣ ਤੱਕ। ਹੁਣੇ ਮੈਂ ਕੇਸੀ ਲਾਵਾਂਗਾ ਤੇ ਕੇਸਾਂ ਨੂੰ ਮਲਦਿਆਂ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ ਕੁਝ ਇਸ ਤਰ੍ਹਾਂ। ਕੇਸਾਂ ਨੂੰ ਮਲਦਿਆਂ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ ਕੁਝ ਇਸ ਤਰ੍ਹਾਂ। ਯਾਰ ਤੂੰ ਵੀ ਕਿਸੇ ਕੰਮ ਆਇਆ ਕਰ, ਦਿਨੇ ਮੋਢਿਆਂ ਤੇ ਝੂਟੇ ਹੀ ਨਾ ਲੈਂਦਾ ਰਿਹਾ ਕਰ, ਰਾਤ ਨੂੰ ਸਰਾਣਾ ਹੀ ਨਾ ਮਿੱਧਿਆ ਕਰ। ਵਾਹ, ਬਹੁਤ ਅੱਛਾ। ਯਾਰ ਤੂੰ ਵੀ ਕਿਸੇ ਕੰਮ ਆਇਆ ਕਰ, ਦਿਨੇ ਮੋਢਿਆਂ ਤੇ ਝੂਟੇ ਹੀ ਨਾ ਲੈਂਦਾ ਰਿਹਾ ਕਰ, ਰਾਤ ਨੂੰ ਸਰਾਣਾ ਹੀ ਨਾ ਮਿੱਧਿਆ ਕਰ। ਅੱਜ ਦੇ ਦਿਨ ਗੁਰੂ ਨੇ ਸੀਸ ਦਿੱਤਾ ਸੀ, ਮੈਂ ਅੱਜ ਆਪਣੇ ਸਿਰ ਨਾਲ ਗੱਲਾਂ ਕਰਾਂਗਾ ਪਿਆਰ ਨਾਲ ਕੁਝ ਇਸ ਤਰ੍ਹਾਂ ਜੀ। ਤੇ ਦੂਸਰੀ ਨਜ਼ਮ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਅਨੰਦਪੁਰ ਸਾਹਿਬ ਦਾ
ਸ਼ਹਿਰ ਵਸਾਇਆ ਤੇ ਉਹਨਾਂ ਦੀ 1675 ਚ ਹੋਣ ਵਾਲੀ ਕੁਰਬਾਨੀ ਅਨੰਦਪੁਰ ਸਾਹਿਬ ਨੂੰ ਕਿਸ ਤਰ੍ਹਾਂ ਦਾ ਰੂਪ ਦਿੰਦੀ ਆ, ਉੱਥੇ ਅਗਲੇ 30 ਸਾਲ ਚ ਕਿਸ ਤਰ੍ਹਾਂ ਦਾ ਇਤਿਹਾਸ ਪੈਦਾ ਹੁੰਦਾ, ਉਹ ਨਜ਼ਮ ਹੈ ਗੁਰਧਾਨੀ ਜੀ। ਜਦ 9ਵੇਂ ਗੁਰਾਂ ਦਾ ਕੱਟਿਆ ਸੀਸ ਰਾਜਧਾਨੀ ਤੋਂ ਆਇਆ ਸੀ, ਪੱਤਾ ਪੱਤਾ ਜ਼ਰਰਾ ਜ਼ਰਰਾ ਗੁਰਧਾਨੀ ਦਾ ਰੋ ਤੇ ਰੋਸ ਨਾਲ ਥਰ ਥਰਾਇਆ ਸੀ। ਜਦ 9ਵੇਂ ਗੁਰਾਂ ਦਾ ਕੱਟਿਆ ਸੀਸ ਰਾਜਧਾਨੀ ਤੋਂ ਆਇਆ ਸੀ, ਪੱਤਾ ਪੱਤਾ ਜ਼ਰਰਾ ਜ਼ਰਰਾ ਗੁਰਧਾਨੀ ਦਾ ਰੋ ਤੇ ਰੋਸ ਨਾਲ ਥਰ ਥਰਾਇਆ ਸੀ। ਆਸਾ ਦੀ ਵਾਰ ਨਾਲ ਦਿਨ ਚੜ੍ਹਨ ਲੱਗੇ, ਚੰਡੀ ਦੀ ਵਾਰ ਨਾਲ ਦਿਲ ਖਿੜਨ ਲੱਗੇ। ਆਸਾ ਦੀ ਵਾਰ ਨਾਲ ਦਿਨ ਚੜ੍ਹਨ ਲੱਗੇ, ਚੰਡੀ ਦੀ ਵਾਰ ਨਾਲ ਦਿਲ ਖਿੜਨ ਲੱਗੇ। ਸਬਰ ਤੇ ਸ਼ੁਕਰ ਦੀ ਦੇਗ ਵਰਤਦੀ ਸੀ, ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕਦੀ ਸੀ। ਦਇਆ ਦੇ ਰਸਤੇ ਚੱਲ ਕੇ ਧਰਮ ਆਉਂਦਾ, ਬੇਦਿਲੀ ਤਜ ਹਿੰਮਤ ਅਪਣਾਉਂਦਾ। ਮਨ ਅਡੋਲ ਕਰ ਮੁਖ ਮਖਵਾਉਂਦਾ, ਸਿੰਘ ਸੁਣਦਾ ਸਾਹਿਬ ਫਰਮਾਉਂਦਾ। ਸਿਰ ਧਰ ਤਲੀ ਗਲੀ ਮੁਰਿਆ। ਸਿੰਘ ਸੁਣਦਾ ਸਾਹਿਬ ਫਰਮਾਉਂਦਾ, ਸਿਰ ਧਰ ਤਲੀ ਗਲੀ ਮੇਰੀ ਆਓ। ਗੁਰ ਚੇਰਾ ਇੱਕ ਰੂਹ ਇੱਕ ਰੂਪ ਸਨ, ਇਕੱਲਾ 1.25 ਲੱਖ ਬਰੋਬਰ ਤੁਲਦਾ ਸੀ। ਖੰਡੇ ਦੇ ਬੀਰ ਨੀਰ ਅੰਦਰ ਮੁਹੱਬਤ ਦਾ ਪਤਾਸਾ ਘੁਲਦਾ ਸੀ। ਗੁਰ ਚੇਰਾ ਇੱਕ ਰੂਹ ਇੱਕ ਰੂਪ ਸਨ, ਇਕੱਲਾ 1.25 ਲੱਖ ਬਰੋਬਰ ਤੁਲਦਾ ਸੀ। ਖੰਡੇ ਦੇ ਬੀਰ ਨੀਰ ਅੰਦਰ ਮੁਹੱਬਤ ਦਾ ਪਤਾਸਾ ਘੁਲਦਾ ਸੀ। ਹੋਲਾ ਰਾਂਗਲਾ ਬਾਂਕਾ ਮੁਹੱਲਾ ਜੁੜਦਾ ਸੀ, ਸੁਰੀਲੀ ਫਿਜ਼ਾ ਅੰਦਰ ਸੁਰਤ ਦਾ ਬਾਜ਼ ਉੜਦਾ ਸੀ। ਨੇਜੇ ਨੱਚਦੇ ਤੇ ਖੰਡੇ ਖੜਕਦੇ ਸਨ, ਘੋੜੇ ਦਗੜਦੇ ਡੋਲੇ ਫਰਕਦੇ ਸਨ। ਨੇਜੇ ਨੱਚਦੇ ਤੇ ਖੰਡੇ ਖੜਕਦੇ ਸਨ, ਘੋੜੇ ਦਗੜਦੇ ਡੋਲੇ ਫਰਕਦੇ ਸਨ। ਦੁਨੀ ਚੰਦਾਂ ਦੀ ਦੁਨੀਆਦਾਰੀ ਡੁੱਬ ਮਰਦੀ ਸੀ, ਦੁਨੀ ਚੰਦਾਂ ਦੀ ਦੁਨੀਆਦਾਰੀ ਡੁੱਬ ਮਰਦੀ ਸੀ। ਸੋਹਣੀ ਸਿੱਖੀ ਪੱਕੇ ਸਿਦਕ ਸਹਾਰੇ, ਲਹੂ ਦੀ ਸ਼ੂਕ ਦੀ ਨਦੀ ਤਰਦੀ ਸੀ। ਸੋਹਣੀ ਸਿੱਖੀ ਪੱਕੇ ਸਿਦਕ ਸਹਾਰੇ, ਲਹੂ ਦੀ ਸ਼ੂਕ ਦੀ ਨਦੀ ਤਰਦੀ ਸੀ। ਸੂਰੇ ਜੋ ਬਚਿੱਤਰ ਚਰਿੱਤਰ ਦੇ ਸਨ, ਇਸ ਮੈਦਾਨੇ ਉਹੀ ਨਿਤਰਦੇ ਸਨ। ਸੂਰੇ ਜੋ ਬਚਿੱਤਰ ਚਰਿੱਤਰ ਦੇ ਸਨ, ਇਸ ਮੈਦਾਨੇ ਉਹੀ ਨਿਤਰਦੇ ਸਨ। ਹਉਮੈ ਹੰਕਾਰ ਦੇ ਹਾਥੀ ਨਾਲ ਮੱਥਾ ਲਾਉਂਦੇ, ਨਿਸ਼ਚੇ ਕਰ ਜੀਤ ਦਾ ਗੀਤ ਗਾਉਂਦੇ। ਜੋਗੇ ਸਨ, ਜੋਗੇ ਸਨ ਮੱਤ ਵਿੱਚ ਜਤ ਸਤ ਦੇ ਜੋਗ ਵਾਲੇ। ਜੜੋਂ ਮਾਰੇ ਹੋਏ ਕੀਟਾਣੂ ਲੋਭ ਤੇ ਮੋਹ ਦੇ ਰੋਗ ਵਾਲੇ। ਪਿਆਰਾ ਵਿਸਰਨ ਵਾਲੀ ਮਸਨ ਦੀ ਰੀਤ ਨੂੰ ਗੁਰੂ ਨੇ ਹੱਥੀਂ ਸਾੜਿਆ ਸੀ। ਪਿਆਰ ਤੇ ਖਿੱਚਿਆਂ ਪਰਤਿਆਂ ਨੂੰ ਹਿੱਕ ਨਾਲ ਲਾਇਆ, ਵਿਦਾਵਾ ਪਾੜਿਆ ਸੀ। ਇੱਥੇ ਜਦ ਮੌਤ ਨੱਚ ਹਟਦੀ ਸੀ, ਜ਼ਿੰਦਗੀ ਤਾੜੀ ਮਾਰ ਹੱਸਦੀ ਸੀ। ਕੋਈ ਬੈਰੀ ਬੇਗਾਨਾ ਨਹੀਂ ਸੀ, ਕਨਈਆ ਬਣ ਜੀਵਨ ਜਲ ਛਕਾਉਂਦਾ ਸੀ। ਬਹੁੜਦਾ ਗੁਰੂ ਸਭ ਨੂੰ ਜ਼ਖਮਾਂ ਤੇ ਮਲਮ ਲਾਉਂਦਾ ਸੀ। ਯਮਨਾ ਵਿੱਚ ਜਾਪ ਦੇ ਤੇ ਸਤਲੁਜ ਵਿੱਚ ਚੌਪਈ ਦੇ ਬੋਲ ਲਰਜ਼ਦੇ ਸਨ। ਗਗਨੀ ਸਾਂਝੀ ਵਾਲਤਾ ਦੇ ਦਮਾਮੇ ਗਰਜਦੇ ਸਨ। ਯਮਨਾ ਵਿੱਚ ਜਾਪ ਦੇ ਤੇ ਸਤਲੁਜ ਵਿੱਚ ਚੌਪਈ ਦੇ ਬੋਲ ਲਰਜ਼ਦੇ ਸਨ। ਗਗਨੀ ਸਾਂਝੀ ਵਾਲਤਾ ਦੇ ਦਮਾਮੇ ਗਰਜਦੇ ਸਨ। ਸ਼ਲਕ ਦੇ ਇਲਮ ਇਬਾਦਤ ਕਾਵ ਤੇ ਰਾਗ ਦੇ ਸਰਵਰ, ਰਾਜ ਸੱਤਾ ਤੋਂ ਜਰ ਨਹੀਂ ਹੋਏ। ਸ਼ਲਕ ਦੇ ਇਲਮ ਇਬਾਦਤ ਕਾਵ ਤੇ ਰਾਗ ਦੇ ਸਰਵਰ, ਰਾਜ ਸੱਤਾ ਤੋਂ ਜਰ ਨਹੀਂ ਹੋਏ। ਪਰ ਇਖਲਾਕ ਦੇ ਉੱਚੇ ਕਿਲੇ ਉਸ ਤੋਂ ਸਰ ਨਹੀਂ ਹੋਏ। ਬਾਗੀ ਜਜ਼ਬਿਆਂ ਦੇ ਬਾਣ ਹਕੂਮਤਾਂ ਤੋਂ ਗਏ ਨਹੀਂ ਥੰਮੇ ਸਨ। ਪੁੱਤ ਕੁਰਸੀਆਂ ਰਿਸ਼ਵਤਾਂ ਲੈਣ ਲਈ ਨਹੀਂ, ਲਹਿਰਾਂ ਤੇ ਸੰਘਰਸ਼ਾਂ ਦੀਆਂ ਨੀਹਾਂ ਵਿੱਚ ਚਿਣੇ ਜਾਣ ਲਈ ਜੰਮੇ ਸਨ। ਬਾਗੀ ਜਜ਼ਬਿਆਂ ਦੇ ਬਾਣ ਹਕੂਮਤਾਂ ਤੋਂ ਗਏ ਨਹੀਂ ਥੰਮੇ ਸਨ। ਪੁੱਤ ਰਿਸ਼ਵਤਾਂ ਕੁਰਸੀਆਂ ਲੈਣ ਲਈ ਨਹੀਂ, ਲਹਿਰਾਂ ਤੇ ਸੰਘਰਸ਼ਾਂ ਦੀਆਂ ਨੀਹਾਂ ਵਿੱਚ ਚਿਣੇ ਜਾਣ ਲਈ ਜੰਮੇ ਸਨ। ਬਹੁਤ ਸ਼ੁਕਰੀਆ। ਬਹੁਤ ਅੱਛੇ ਜਫਰ ਸਾਹਿਬ, ਬਹੁਤ ਵਧੀਆ, ਬਹੁਤ ਕਮਾਲ ਜੀ। ਬਹੁਤ ਧੰਨਵਾਦ। ਹੁਣ ਸਾਡੇ ਕੋਲੇ ਲਖਵਿੰਦਰ ਜਾਲ ਸਰ ਰਹਿੰਦੇ ਨੇ, ਕਵਿਤਾ ਪੜ੍ਹਨ ਵਾਲੇ। ਮੈਡਮ ਸਰਬਜੀਤ ਕੌਰ ਸੋਹਲ ਰਹਿੰਦੇ ਨੇ। ਇਹਨਾਂ ਤੋਂ ਪਹਿਲਾਂ ਮੈਂ ਆਪਣੀ ਇੱਕ ਛੋਟੀ ਜਿਹੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ। ਮੇਰੀ ਕਵਿਤਾ ਦਾ ਨਾਂ ਹੈ ਸੀਸ ਤੇ ਸ਼ਮਲੇ। ਪੇਸ਼ਾ ਕਵਿਤਾ ਸੀਸ ਤੇ ਸ਼ਮਲੇ। ਇਹ ਤਾਂ ਠੀਕ ਹੈ ਕਿ ਸੀਸ ਤੇ ਸਿਰੜ ਦੀ ਖੇਡ ਤੇਰੇ ਤੋਂ ਨਹੀਂ ਸ਼ੁਰੂ ਹੋਈ ਸੀ ਬਾਬਾ,
ਇਹ ਤਾਂ ਠੀਕ ਹੈ ਕਿ ਸੀਸ ਤੇ ਸਿਰੜ ਦੀ ਖੇਡ ਤੇਰੇ ਤੋਂ ਨਹੀਂ ਸ਼ੁਰੂ ਹੋਈ ਸੀ ਬਾਬਾ, ਇਹ ਵੀ ਠੀਕ ਹੈ ਕਿ ਸੀਸ ਤੇ ਸਿਰੜ ਦੀ ਇਹ ਖੇਡ ਤੇਰੇ ਤੇ ਮੁੱਕੀ ਵੀ ਨਹੀਂ, ਪਰ ਇੰਨਾ ਪਤਾ ਹੈ ਕਿ ਜਿਸ ਨੇ ਵੀ ਪਹਿਲੀ ਵਾਰ ਇਹ ਖੇਡ ਖੇਡੀ ਹੋਵੇਗੀ ਉਹ ਤੇਰਾ ਹੀ ਕੋਈ ਵੱਡ ਵਡੇਰਾ ਹੋਵੇਗਾ, ਤੇ ਜੋ ਵੀ ਇਸ ਤੋਂ ਬਾਅਦ ਖੇਡੇਗਾ ਉਹ ਵੀ ਤੇਰੇ ਰਾਹਾਂ ਤੇ ਤੁਰਨ ਵਾਲਾ ਕੋਈ ਪਾਂਦੀ ਹੋਵੇਗਾ। ਕੀ ਬਾਤ ਹੈ ਬਾਬਾ, ਤੈਨੂੰ ਤਾਂ ਬੇਸਰਿਆਂ ਦੀ ਭੀੜ ਚੋਂ ਗੁਰੂ ਲਾਧੋਰੇ ਆਖ ਲੱਭ ਲਿਆ ਸੀ ਕਿਸੇ ਸਿਰ ਵਾਲੇ ਨੇ। ਬਾਬਾ, ਤੈਨੂੰ ਤਾਂ ਬੇਸਰਿਆਂ ਦੀ ਭੀੜ ਚੋਂ ਗੁਰੂ ਲਾਧੋਰੇ ਆਖ ਲੱਭ ਲਿਆ ਸੀ ਕਿਸੇ ਸਿਰ ਵਾਲੇ ਨੇ, ਤੇ ਤੂੰ ਸਿਰੜ ਨੂੰ ਕਾਇਮ ਰੱਖਦਿਆਂ ਸਿਰ ਦੇ ਕੇ ਇਨਸਾਨੀਅਤ ਦੇ ਸਿਰ ਦਾ ਸ਼ਮਲਾ ਅਸਮਾਨ ਤੀਕ ਲੈ ਗਿਆ ਸੀ। ਕੀ ਬਾਤ। ਤੇ ਤੂੰ ਸਿਰੜ ਨੂੰ ਕਾਇਮ ਰੱਖਦਿਆਂ ਸਿਰ ਦੇ ਕੇ ਇਨਸਾਨੀਅਤ ਦੇ ਸਿਰ ਦਾ ਸ਼ਮਲਾ ਅਸਮਾਨ ਤੀਕ ਲੈ ਗਿਆ ਸੀ, ਤੇ ਝਗੜਿਆਂ ਦੇ ਲੱਖ ਰੁਕਣ ਦੇ ਬਾਵਜੂਦ ਉਹ ਸਿਰ ਸਾਡੀ ਮਿੱਟੀ 'ਚ ਉੱਗ ਆਇਆ ਸੀ। ਕੀ ਬਾਤ। ਤੇ ਝਗੜਿਆਂ ਦੇ ਲੱਖ ਰੁਕਣ ਦੇ ਬਾਵਜੂਦ ਉਹ ਸਿਰ ਸਾਡੀ ਮਿੱਟੀ 'ਚ ਉੱਗ ਆਇਆ ਸੀ, ਤਾਂ ਹੀ ਤਾਂ ਸਿਰਾਂ ਦੀ ਪੂਰੀ ਫਸਲ ਉੱਗੀ ਸੀ। ਪਰ ਹੌਲੀ ਹੌਲੀ ਅਸੀਂ ਸਿਰਾਂ ਨੂੰ ਭੁੱਲ ਸ਼ਮਲਿਆਂ ਨੂੰ ਸੱਚ ਮੰਨ ਬੈਠੇ। ਪਰ ਹੌਲੀ ਹੌਲੀ ਅਸੀਂ ਸਿਰਾਂ ਨੂੰ ਭੁੱਲ ਸ਼ਮਲਿਆਂ ਨੂੰ ਸੱਚ ਮੰਨ ਬੈਠੇ। ਅੱਜ ਚਿੰਤਨ ਦੀ ਬੰਜਰ ਹੋ ਚੁੱਕੀ ਭੂਮੀ ਵਿੱਚ ਉੱਗੇ ਅਸੀਂ ਬੇਸਿਰੇ ਤੇ ਬੇਸੁਰੇ ਆਪਣਾ ਹੀ ਰਾਗ ਵਜਾ ਰਹੇ ਹਾਂ। ਸਿਰਾਂ ਵਿੱਚੋਂ ਚਿੰਤਨ ਨੂੰ ਮਨਫੀ ਕਰ ਸਿਰਫ ਸ਼ਮਲੇ ਸਜਾ ਰਹੇ ਹਾਂ, ਇਹ ਭੁੱਲ ਕੇ ਕਿ ਮਿੱਟੀਆਂ 'ਚ ਸ਼ਮਲੇ ਨਹੀਂ ਸਿਰ ਉਗਦੇ ਹੁੰਦੇ ਨੇ। ਇਹ ਭੁੱਲ ਕੇ ਕਿ ਮਿੱਟੀਆਂ 'ਚ ਸ਼ਮਲੇ ਨਹੀਂ ਸਿਰ ਉਗਦੇ ਹੁੰਦੇ ਨੇ। ਸ਼ਮਲੇ ਤਾਂ ਸਿਰਾਂ ਤੇ ਸਜਦੇ ਨੇ, ਸਿਰਾਂ ਤੋਂ ਸਖਣੇ ਸ਼ਮਲੇ ਮੁਖੌਟੇ ਹੁੰਦੇ ਨੇ, ਸਿਰਫ ਮੁਖੌਟੇ। ਬਹੁਤ ਧੰਨਵਾਦ ਜੀ। ਤੇ ਹੁਣ ਅਸੀਂ ਮੰਨਦੇ ਹਾਂ ਲਖਵਿੰਦਰ ਜੌਹਲ ਹੋਰਾਂ ਨੂੰ। ਲਖਵਿੰਦਰ ਜੌਹਲ ਹੋਰੀ ਪੰਜਾਬ ਕਲਾ ਪ੍ਰੀਸ਼ਦ ਦੇ ਜਨਰਲ ਸਕੱਤਰ ਨੇ, ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਨੇ, ਪੰਜਾਬੀ ਦੇ ਬਹੁਤ ਅੱਛੇ ਸ਼ਾਇਰ ਨੇ, ਬਹੁਤ ਖੂਬਸੂਰਤ ਕਵਿਤਾਵਾਂ ਲਿਖਦੇ ਨੇ। ਅੱਜ ਕੱਲ੍ਹ ਕਾਵਲੋਕ ਮੈਗਜ਼ੀਨ ਰਾਹੀਂ ਦੁਬਾਰਾ ਮੁੜ ਸਰਗਰਮ ਹੋਏ ਨੇ। ਆਨਲਾਈਨ ਇਹਨਾਂ ਦਾ YouTube ਰਾਹੀਂ ਤੇ Facebook ਰਾਹੀਂ ਕਾਵਲੋਕ ਸਾਡੇ ਹੱਥਾਂ 'ਚ ਰੋਜ਼ ਪਹੁੰਚਦਾ ਹੈ। ਇਹਨਾਂ ਦੀ ਕਿਤਾਬ ਬਹੁਤ ਦੇਰ ਹੋਈ, ਮਨੋਵੇਗ, ਸਾਹਾਂ ਦੀ ਸਰਗਮ, ਇੱਕ ਸੁਪਨਾ ਹੋਰ, ਬਲੈਕ ਹੋਲ, ਅਣਲਿਖੇ ਵਰਕੇ। ਸੋ ਲਗਾਤਾਰ ਚਿੰਤਨ ਦੀ ਤੇ ਕਵਿਤਾ ਦੀ ਜ਼ਮੀਨ ਤੇ ਸਰਗਰਮ ਨੇ ਲਖਵਿੰਦਰ ਜੌਹਲ ਜੀ। ਇਹ ਥੋੜਾ ਜਿਹਾ ਪੰਜਾਬ ਕਲਾ ਪ੍ਰੀਸ਼ਦ ਦੀ ਸਰਗਰਮੀਆਂ ਤੇ ਵੀ ਚਾਨਣਾ ਪਾਉਣਗੇ। ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਆਪਣੀ ਕਵਿਤਾ ਵੀ ਪੇਸ਼ ਕਰਨਗੇ ਡਾਕਟਰ ਲਖਵਿੰਦਰ ਜੌਹਲ ਜੀ। ਬਹੁਤ ਬਹੁਤ ਮਿਹਰਬਾਨੀ ਕੁਲਦੀਪ ਸਿੰਘ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਸਾਹਿਤ ਅਕਾਦਮੀ ਦਾ, ਕਿ ਜਿਹੜੇ ਲਗਾਤਾਰ ਉਦਮ ਕਰ ਰਹੇ ਨੇ ਔਰ ਇਸ ਸੰਕਟ ਦੇ ਦੌਰ ਦੇ ਵਿੱਚ ਚਿੰਤਨ ਮੰਥਨ ਕਰਨ ਲਈ ਸਮਾਜ ਦੇ ਵਿੱਚ ਕੀ ਵਾਪਰ ਰਿਹਾ ਔਰ ਸਾਹਿਤ ਦੇ ਖੇਤਰ ਦੇ ਵਿੱਚ ਉਹਦਾ ਕੀ ਪ੍ਰਤੋਹ ਹੈ, ਇਹਨੂੰ ਰੋਜ਼-ਰੋਜ਼ ਜਾਣਨਾ ਤੇ ਇਹਦੇ ਉੱਤੇ ਚਰਚਾ ਕਰਨੀ, ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮੁੱਲਵਾਨ ਕਾਰਜ ਹੈ ਜਿਹੜਾ ਪੰਜਾਬ ਸਾਹਿਤ ਅਕਾਦਮੀ ਕਰ ਰਹੀ ਹੈ। ਤੇ ਜਿਵੇਂ ਮੈਡਮ ਸੋਲ ਹੋਰਾਂ ਨੇ ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਵੀ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਹੀ ਧੂਮਧਾਮ ਨਾਲ ਤੇ ਸ਼ਰਧਾ ਨਾਲ। ਤੇ ਉਹਦੇ ਵਿੱਚ ਵੀ ਪੰਜਾਬ ਕਲਾ ਪ੍ਰੀਸ਼ਦ ਤੇ ਇਹਦੇ ਨਾਲ ਸੰਬੰਧਿਤ ਤਿੰਨੋਂ ਅਕੈਡਮੀਆਂ ਔਰ ਪੰਜਾਬ ਸਾਹਿਤ ਅਕਾਦਮੀ ਦਾ ਜਿਹੜਾ ਪ੍ਰੋਗਰਾਮ ਹੈ ਉਸੇ ਲੜੀ ਦੇ ਵਿੱਚ ਔਰ ਬੰਧਨਵਾਰ ਜਿਹੜਾ ਤੁਸੀਂ ਹਰ ਮਹੀਨੇ ਦੇ ਆਖਰੀ ਦਿਨ ਤੇ ਕਰਦੇ ਹੋ ਔਰ ਲਗਾਤਾਰ ਜਿਹੜਾ ਉਹ ਪੂਰੇ 4 ਸਾਲ ਤੋਂ ਇਹ ਚੱਲ ਰਿਹਾ, ਇਹ ਬਹੁਤ ਹੀ ਜਿਹੜਾ ਉਹ ਵੱਡਾ ਕਾਰਜ ਹੈ ਜਿਹੜਾ ਕੀਤਾ ਜਾ ਰਿਹਾ। ਔਰ ਇਹ ਪੰਜਾਬ ਕਲਾ ਪ੍ਰੀਸ਼ਦ ਤੇ ਇਹਦੇ ਨਾਲ ਸੰਬੰਧਿਤ ਤਿੰਨੋਂ ਹੀ ਅਕਾਦਮੀਆਂ ਇਸ ਲੜੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਵਿੱਚ ਜਿਹੜਾ ਉਹ ਪੂਰਾ ਸਾਲ ਭਰ ਜਿਹੜਾ ਹਰ ਮਹੀਨੇ ਜਿਹੜਾ ਉਹ 4-4, 5-5 ਸਮਾਗਮ ਕਰਕੇ ਜਿਹੜਾ ਜਿਵੇਂ ਸ਼ੁਰੂ ਦੇ ਵਿੱਚ ਵੀ ਕਿਹਾ ਗਿਆ ਸੀਗਾ ਕਿ ਅਸਲ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੀ ਪ੍ਰਸੰਗਿਕਤਾ ਹੈ ਗੁਰੂ ਸਾਹਿਬ ਦੀਆਂ ਜਿਹੜੀਆਂ ਉਹ ਸਿੱਖਿਆਵਾਂ ਦੀ ਤੇ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਸ਼ਹਾਦਤ ਦੀ, ਉਹਨੂੰ ਨਿਹਾਰਨਾ ਵੀ ਬੇਹੱਦ ਜ਼ਰੂਰੀ ਹੈ। ਔਰ ਇਸੇ ਸੰਦਰਭ ਦੇ ਵਿੱਚ ਅੱਜ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਵੀ ਇਸ਼ਾਰਾ ਕਰਦੀਆਂ ਨੇ, ਜਿਹਦੇ ਵਿੱਚ ਸਿਕੰਦਰ ਹੋਰਾਂ ਨੇ, ਰੁਪਾਲ ਹੋਰਾਂ ਨੇ ਤੇ ਕਸਕ ਹੋਰਾਂ ਨੇ ਤੇ ਜਸਵੰਤ ਸਿੰਘ ਜ਼ਫਰ ਜਿਹੜੇ ਕਿ ਸਾਡੇ ਵੱਡੇ ਸ਼ਾਇਰ ਨੇ, ਉਹਨਾਂ ਨੇ ਵੀ ਇਸ ਤਰ੍ਹਾਂ ਦੇ ਇਸ਼ਾਰੇ ਕੀਤੇ ਨੇ। ਤੇ ਕੁਲਦੀਪ ਸਿੰਘ ਦੀਪ ਹੋਰਾਂ ਦੀ ਜਿਹੜੀ ਸ਼ਮਲੇ ਦੀ ਪਰਿਭਾਸ਼ਾ ਇਹਨਾਂ ਨੇ ਦਿੱਤੀ ਹੈ ਔਰ ਇਹ ਆਪਣੇ ਆਪ ਦੇ ਵਿੱਚ ਅੱਜ ਦੇ ਸਮੇਂ ਵਿੱਚ ਬੇਹੱਦ ਮਹੱਤਵਪੂਰਨ ਹੈ
ਕਿਉਂਕਿ ਮਹਾਂਪੁਰਖ ਇਸੇ ਕਰਕੇ ਹੀ ਮਹਾਂਪੁਰਖ ਹੁੰਦੇ ਨੇ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਮਾਜ ਦੇ ਹਰ ਸਮੇਂ ਦੇ ਵਿੱਚ ਜਿਹੜਾ ਉਹਨੂੰ ਜਾਣ ਕੇ, ਉਹਨਾਂ ਦਾ ਧਿਆਨ ਧਰ ਕੇ ਚੰਗਾ ਸਮਾਜ ਸਿਰਜਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਰਹਿੰਦੀਆਂ ਨੇ। ਤੇ ਮੈਂ ਇਹਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਇੱਕ ਨਜ਼ਮ ਤੁਹਾਡੇ ਨਾਲ ਸਾਂਝੀ ਕਰ ਰਿਹਾ, ਤੇ ਨਜ਼ਮ ਹੈ ਸੀਸ ਦੀ ਭਾਸ਼ਾ। ਸੱਤਾ ਬੋਲਦੀ ਸੀ ਉਦੋਂ ਵੀ ਤਲਵਾਰ ਦੀ ਭਾਸ਼ਾ, ਸੱਤਾ ਬੋਲਦੀ ਸੀ ਉਦੋਂ ਵੀ ਤਲਵਾਰ ਦੀ ਭਾਸ਼ਾ, ਭਾਸ਼ਾ ਧੌਂਸ ਧਮਕੀ ਦੀ ਕਦੇ ਤਿਰਕਾਰ ਦੀ ਭਾਸ਼ਾ। ਸੱਤਾ ਬੋਲਦੀ ਸੀ ਉਦੋਂ ਵੀ ਤਲਵਾਰ ਦੀ ਭਾਸ਼ਾ, ਭਾਸ਼ਾ ਧੌਂਸ ਧਮਕੀ ਦੀ ਕਦੇ ਤਿਰਕਾਰ ਦੀ ਭਾਸ਼ਾ। ਸੱਤਾ ਨਾਲ ਮੇਲਣ ਸੁਰ ਹਵਾਵਾਂ ਹੁਕਮ ਲਾਜ਼ਮ ਸੀ, ਸੱਤਾ ਨਾਲ ਮੇਲਣ ਸੁਰ ਹਵਾਵਾਂ ਹੁਕਮ ਲਾਜ਼ਮ ਸੀ। ਖਿੜਨ ਜੇ ਬਾਗ ਵਿੱਚ ਕਲੀਆਂ ਤਾਂ ਮਾਲੀ ਦੇ ਹੁਕਮ ਉੱਤੇ, ਖਿੜਨ ਜੇ ਬਾਗ ਵਿੱਚ ਕਲੀਆਂ ਤਾਂ ਮਾਲੀ ਦੇ ਹੁਕਮ ਉੱਤੇ। ਆਪਣੇ ਇਸ਼ਟ ਬਾਬੇ ਤੋਂ ਜੇ ਮੰਨਤ ਸੀ ਕਿਸੇ ਮੰਗਣੀ, ਭਲਾ ਮਜਮੂਨ ਸਾਂਝਾ ਕਰਨ ਵਿੱਚ ਕੀ ਹਰਜ ਹੋਣਾ ਸੀ। ਆਪਣੇ ਇਸ਼ਟ ਬਾਬੇ ਤੋਂ ਜੇ ਮੰਨਤ ਸੀ ਕਿਸੇ ਮੰਗਣੀ, ਭਲਾ ਮਜਮੂਨ ਸਾਂਝਾ ਕਰਨ ਵਿੱਚ ਕੀ ਹਰਜ ਹੋਣਾ ਸੀ। ਸਗੋਂ ਇਹ ਦੇਸ਼ ਭਗਤੀ ਦਾ ਪਵਿੱਤਰ ਫਰਜ਼ ਹੋਣਾ ਸੀ। ਅੱਜ ਦੇ ਸੰਦਰਭ ਵਿੱਚ ਨਿਹਾਰੀਏ ਤਾਂ ਸਗੋਂ ਇਹ ਦੇਸ਼ ਭਗਤੀ ਦਾ ਪਵਿੱਤਰ ਫਰਜ਼ ਹੋਣਾ ਸੀ। ਪਤਾ ਨਹੀਂ ਪੰਡਤਾਂ ਨੂੰ ਇਸ ਤੇ ਇਤਰਾਜ਼ ਕਿਉਂ ਹੋਇਆ, ਪਤਾ ਨਹੀਂ ਪੰਡਤਾਂ ਨੂੰ ਇਸ ਤੇ ਇਤਰਾਜ਼ ਕਿਉਂ ਹੋਇਆ। ਆਨੰਦਪੁਰ ਆਣ ਕੇ ਆਖਣ ਇਹ ਸਰਾਸਰ ਗਲਤ ਹੈ ਹੋਇਆ, ਅਕੀਦਾ ਹੈ ਪੁਰਾਣਾ ਦੇਸ਼ ਦਾ। ਪੰਡਤ ਉਸ ਵੇਲੇ ਗੁਰੂ ਜੀ ਨੂੰ ਕਹਿੰਦੇ ਨੇ ਕਿ ਅਕੀਦਾ ਹੈ ਪੁਰਾਣਾ ਦੇਸ਼ ਦਾ, ਸਨਮਾਨ ਧਰਮਾਂ ਦਾ, ਕਿਉਂ ਹੈ ਤੋੜਦੀ ਸੱਤਾ ਇਹ ਸਾਰਾ ਮਾਣ ਧਰਮਾਂ ਦਾ। ਕਿਉਂ ਹੈ ਤੋੜਦੀ ਸੱਤਾ ਇਹ ਸਾਰਾ ਮਾਣ ਧਰਮਾਂ ਦਾ। ਗੁਰੂ ਜੀ ਜਾਣਦੇ ਸਨ ਪੰਡਤਾਂ ਦੀ ਪੀੜ ਗਹਿਰੀ ਨੂੰ, ਤੇ ਭਾਸ਼ਾ ਆਪਣੀ ਵਿੱਚ ਦੱਸਣਾ ਪੈਣਾ ਸੀ ਕੁਝ ਆਖਰ ਹਕੂਮਤ ਹੋਰ ਬਹਿਰੀ ਨੂੰ। ਗੁਰੂ ਜੀ ਜਾਣਦੇ ਸਨ ਪੰਡਤਾਂ ਦੀ ਪੀੜ ਗਹਿਰੀ ਨੂੰ, ਤੇ ਭਾਸ਼ਾ ਆਪਣੀ ਵਿੱਚ ਦੱਸਣਾ ਪੈਣਾ ਸੀ ਕੁਝ ਆਖਰ ਹਕੂਮਤ ਹੋਰ ਬਹਿਰੀ ਨੂੰ। ਗੁਰੂ ਜੀ ਮੁੰਦ ਕੇ ਅੱਖਾਂ ਤੇ ਬਚਪਨ ਯਾਦ ਕਰਦੇ ਨੇ, ਜਵਾਨੀ ਨੂੰ ਧਿਆਉਂਦੇ ਨੇ ਤੇ ਥੋੜਾ ਮੁਸਕਰਾਉਂਦੇ ਨੇ। ਤਿਆਗਮਲ ਤੇਗ ਵਾਹ ਵਾਹ ਕੇ ਬਹਾਦਰ ਤੇਗ ਦਾ ਬਣਿਆ, ਤਿਆਗਮਲ ਤੇਗ ਵਾਹ ਵਾਹ ਕੇ ਬਹਾਦਰ ਤੇਗ ਦਾ ਬਣਿਆ। ਬਹਾਦਰ ਤੇਗ ਦੇ ਨੂੰ ਹੁਣ ਜ਼ਰੂਰਤ ਕੁਝ ਤਿਆਗਣ ਦੀ, ਬਹਾਦਰ ਤੇਗ ਦੇ ਨੂੰ ਹੁਣ ਜ਼ਰੂਰਤ ਕੁਝ ਤਿਆਗਣ ਦੀ। ਗੁਰੂ ਨੇ ਫੈਸਲਾ ਕੀਤਾ ਕਿ ਭਾਸ਼ਾ ਸੀਸ ਦੇਵਣ ਦੀ ਸ਼ਾਇਦ ਸਮਰੱਥ ਹੋਵੇਗੀ। ਗੁਰੂ ਨੇ ਫੈਸਲਾ ਕੀਤਾ ਕਿ ਭਾਸ਼ਾ ਸੀਸ ਦੇਵਣ ਦੀ ਸ਼ਾਇਦ ਸਮਰੱਥ ਹੋਵੇਗੀ। ਗੁਰੂ ਨੇ ਫੈਸਲਾ ਕੀਤਾ ਕਿ ਬੋਲਾਂ ਤਿਆਗ ਦੀ ਭਾਸ਼ਾ, ਗੁਰੂ ਨੇ ਫੈਸਲਾ ਕੀਤਾ ਕਿ ਬੋਲਾਂ ਤਿਆਗ ਦੀ ਭਾਸ਼ਾ। ਭਾਸ਼ਾ ਤਿਆਗ ਦੀ ਨੇ ਪੰਡਤਾਂ ਦੀ ਪੀੜ ਹਰਨੀ ਸੀ, ਭਾਸ਼ਾ ਤਿਆਗ ਦੀ ਨੇ ਪੰਡਤਾਂ ਦੀ ਪੀੜ ਹਰਨੀ ਸੀ। ਤੇ ਧਰਮਾਂ ਦੀ ਆਜ਼ਾਦੀ ਦਾ ਅਜਬ ਸੰਦੇਸ਼ ਦੇਣਾ ਸੀ। ਹਵਾ ਦਾ ਰੁਮਕਣਾ, ਕਲੀਆਂ ਦਾ ਖਿੜਨਾ ਸਹਿਜ ਹੋਣਾ ਸੀ। ਭਾਸ਼ਾ ਤਿਆਗ ਦੀ ਨੇ ਪੰਡਤਾਂ ਦੀ ਪੀੜ ਹਰਨੀ ਸੀ, ਤੇ ਧਰਮਾਂ ਦੀ ਆਜ਼ਾਦੀ ਦਾ ਅਜਬ ਸੰਦੇਸ਼ ਦੇਣਾ ਸੀ। ਹਵਾ ਦਾ ਰੁਮਕਣਾ, ਕਲੀਆਂ ਦਾ ਖਿੜਨਾ ਸਹਿਜ ਹੋਣਾ ਸੀ। ਗੁਰੂ ਦਾ ਤੇਜ ਬੰਨਣ ਲਈ ਜਦੋਂ ਤਲਵਾਰ ਲਿਸ਼ਕੀ ਸੀ, ਚਾਂਦਨੀ ਚੌਕ ਸਾਰੇ ਵਿੱਚ ਅਜਬ ਲਲਕਾਰ ਲਿਸ਼ਕੀ ਸੀ। ਗੁਰੂ ਦਾ ਤੇਜ ਬੰਨਣ ਲਈ ਜਦੋਂ ਤਲਵਾਰ ਲਿਸ਼ਕੀ ਸੀ, ਚਾਂਦਨੀ ਚੌਕ ਸਾਰੇ ਵਿੱਚ ਅਜਬ ਲਲਕਾਰ ਲਿਲਕੀ ਸੀ। ਇਸੇ ਲਲਕਾਰ ਦੀ ਜੁੰਬਸ਼ ਬਣੀ ਕਾਇਨਾਤ ਦੀ ਕੰਬਣੀ, ਉਧਰ ਤਲਵਾਰ ਦੀ ਲਸ਼ਕਣ ਇੱਧਰ ਲਲਕਾਰ ਦੀ ਲਸ਼ਕਣ। ਭਾਸ਼ਾ ਸੀਸ ਦੀ ਇੱਧਰ ਉਧਰ ਤਲਵਾਰ ਦੀ ਭਾਸ਼ਾ, ਭਾਸ਼ਾ ਸੀਸ ਦੀ ਇੱਧਰ ਉਧਰ ਤਲਵਾਰ ਦੀ ਭਾਸ਼ਾ। ਸੁਣੀ ਕਾਇਨਾਤ ਨੇ ਆਖਰ ਸ਼ਹਾਦਤ ਸੀਸ ਦੀ ਭਾਸ਼ਾ, ਧਰਮ ਸਨਮਾਨ ਦੀ ਭਾਸ਼ਾ। ਹਵਾ ਦਾ ਰੁਮਕਣਾ ਭਾਸ਼ਾ ਤੇ ਖਿੜਨਾ ਫੁੱਲ ਦਾ ਭਾਸ਼ਾ। ਖੁਸ਼ਬੂ ਵੀ ਤਾਂ ਭਾਸ਼ਾ ਹੈ, ਸੁਨੇਹਾ ਸਹਿਜ ਜੀਵਨ ਦਾ। ਨਾ ਭਾਸ਼ਾ ਧੌਂਸ ਧਮਕੀ ਹੈ ਤੇ ਨਾ ਤਰਕਾਰ ਹੈ ਭਾਸ਼ਾ। ਮਨੁੱਖਾਂ ਦਾ ਮਨੁੱਖਾਂ ਨਾਲ ਬਸ ਇੱਕ ਪਿਆਰ ਹੈ ਭਾਸ਼ਾ। ਸੱਤਾ ਬੋਲਦੀ ਸੀ ਉਦੋਂ ਵੀ ਤਲਵਾਰ ਦੀ ਭਾਸ਼ਾ। ਗੁਰੂ ਦੇ ਸੀਸ ਨੇ ਸਿਰਜੀ ਹੈ ਸੱਚੇ ਪਿਆਰ ਦੀ ਭਾਸ਼ਾ। ਗੁਰੂ ਦੇ ਸੀਸ ਨੇ ਸਿਰਜੀ ਹੈ ਸੱਚੇ ਪਿਆਰ ਦੀ ਭਾਸ਼ਾ। ਬਹੁਤ ਅੱਛੇ ਜੋਲ ਸਾਹਿਬ, ਕੀ ਬਾਤ। ਬਹੁਤ ਵਧੀਆ ਜੀ, ਬਹੁਤ ਵਧੀਆ ਜੋਲ ਸਾਹਿਬ। ਬਹੁਤ ਲੜੀਬੱਧ ਰੂਪ ਦੇ ਵਿੱਚ ਤੁਸੀਂ ਸਮੁੱਚਾ ਚਿੰਤਨ ਆਪਣਾ ਪੇਸ਼ ਕੀਤਾ। ਬਹੁਤ ਬਹੁਤ ਖੂਬਸੂਰਤ ਕਵਿਤਾ, ਬਹੁਤ ਧੰਨਵਾਦ ਜੀ। ਹੁਣ ਅਸੀਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ
ਬੇਨਤੀ ਕਰਾਂਗੇ ਕਿ ਉਹ ਆਪਣੀ ਕਵਿਤਾ ਵੀ ਸਾਨੂੰ ਸੁਣਾਉਣਗੇ ਤੇ ਨਾਲ ਧੰਨਵਾਦੀ ਸ਼ਬਦ ਬੋਲਣਗੇ। ਪਰ ਇਸ ਤੋਂ ਪਹਿਲਾਂ ਦੋ ਬੇਨਤੀਆਂ ਨੇ। ਇੱਕ ਬੇਨਤੀ ਤਾਂ ਜੌਲ ਸਾਹਿਬ ਨੂੰ ਹੈ ਕਿ ਵੈਸੇ ਤਾਂ ਇਹਨਾਂ ਦੇ ਆਪਣੇ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਪਲਾਨ ਦੇ ਵਿੱਚ ਹੋਊਗਾ ਜਿਹੜੇ ਇਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਕਵਿਤਾਵਾਂ ਅੱਜ ਬੋਲੀਆਂ ਗਈਆਂ ਜਾਂ ਇਸ ਤੋਂ ਪਹਿਲਾਂ, ਇਹਨਾਂ ਦਾ ਕੋਈ ਅੰਕ ਆਪਾਂ ਕੱਢ ਸਕੀਏ ਜਾਂ ਕਾਵਲੋਕ ਰਾਹੀਂ ਜਾਂ ਕਿਸੇ ਹੋਰ ਰੂਪ ਦੇ ਵਿੱਚ, ਤਾਂ ਕਿ ਇਹ ਕਵਿਤਾਵਾਂ ਬੱਝਵੇਂ ਰੂਪ ਦੇ ਵਿੱਚ ਸਾਹਮਣੇ ਆ ਸਕਣ। ਤੇ ਇੱਕ ਹਰਵਿੰਦਰ ਸਿੰਘ ਚੰਡੀਗੜ੍ਹ ਹੋਰਾਂ ਦਾ ਪ੍ਰਪੋਜ਼ਲ ਸੀ ਕਿ ਜੇ ਇਹ ਕਵਿਤਾਵਾਂ ਤੁਸੀਂ ਮੈਨੂੰ WhatsApp ਰਾਹੀਂ ਭੇਜ ਦਿਓ ਤਾਂ ਇਹਨਾਂ ਨੂੰ ਮੈਂ ਸ਼ਾਹਮੁਖੀ ਲਿਪੀ 'ਚ ਕਨਵਰਟ ਕਰਦਾ ਸਾਰੀਆਂ ਨੂੰ, ਤੇ ਸਾਰੀਆਂ ਨੂੰ ਆਪਾਂ ਉਧਰਲੇ ਪੰਜਾਬ ਤੱਕ ਵੀ ਪਹੁੰਚਾ ਸਕੀਏ। ਇਹ ਦੋ ਚੀਜ਼ਾਂ ਮੈਂ ਚਾਹੁੰਦਾ ਕਿ ਜੇ ਆਉਣ ਵਾਲੇ ਸਮੇਂ 'ਚ ਹੋ ਸਕਣ ਤਾਂ ਮੈਨੂੰ ਲੱਗਦਾ ਕਿ ਅਸੀਂ ਮੈਂ ਹੁਣ ਹੀ ਇਹ ਕਹਿ ਦਿੰਦਾ ਕਿ ਤੁਸੀਂ ਇਹ ਸਾਰੀਆਂ ਕਵਿਤਾਵਾਂ ਮੈਨੂੰ ਭੇਜ ਦਿਓ ਜੀ, ਤੇ ਮੈਂ ਕਾਵਲੋਕ ਦਾ ਅਗਲਾ ਅੰਕ ਜੇ ਇੱਕ ਹੋਇਆ ਤੇ ਇੱਕ, ਨਹੀਂ ਤਾਂ ਮੈਂ ਉਹਦੇ ਪੇਜ ਵਧਾ ਕੇ ਇੱਕ ਅੰਕ ਬਣਾ ਕੇ ਜਿਹੜਾ ਉਹਨੂੰ ਆਪਾਂ ਪੇਜ ਬਣਾ ਕੇ ਮੈਂ ਤੁਹਾਨੂੰ ਜਿਹੜਾ ਉਹ ਕੁਝ ਦਾ ਕਰ ਦਊਂਗਾ। ਤੇ ਜੇ ਸ਼ਾਹਮੁਖੀ ਵਾਲੀਆਂ ਵੀ ਹਰਵਿੰਦਰ ਜੀ ਕਰ ਦੇਣ ਤੇ ਮੈਂ ਨਾਲ ਉਹ ਵੀ ਛਾਪ ਦਊਂ। ਕਿਆ ਬਾਤ ਤੇ ਆਪਾਂ ਦੋਨੋਂ ਚੀਜ਼ਾਂ ਮੈਂ ਇਹ ਛਾਪਣ ਦੀ ਜ਼ਿੰਮੇਵਾਰੀ ਮੈਂ ਕਾਵਲੋਕ ਵੱਲੋਂ ਲੈ ਲੈਂਦਾ ਜੀ। ਤੇ ਉਹਨੂੰ ਆਪਾਂ ਇਹਨੂੰ ਤਾਂ ਕਿ ਆਮ ਲੋਕਾਂ ਤੱਕ ਵੀ ਔਰ ਸਾਰੇ ਮਤਲਬ ਨਾ ਕਿ ਉਧਰ ਜਿਹੜਾ ਉਹ ਸ਼ਾਹਮੁਖੀ ਵਾਲੇ ਪੜ੍ਹਨ ਵਾਲਿਆਂ ਤੱਕ ਵੀ ਸਗੋਂ ਸਾਰੇ ਜਗ੍ਹਾ ਤੇ ਆਪਾਂ ਇਹਨੂੰ ਪਹੁੰਚਾਈਏ। ਜੀ ਬਹੁਤ ਧੰਨਵਾਦ ਤੁਹਾਡਾ ਜੌਲ ਸਾਹਿਬ। ਤੇ ਮੈਂ ਸਾਰਿਆਂ ਨੂੰ ਤੁਹਾਨੂੰ ਬੇਨਤੀ ਕਰਦਾ ਕਿ ਪਲੀਜ਼ ਤੁਸੀਂ ਆਪਣੀ ਕਵਿਤਾ ਟਾਈਪਡ ਫਾਰਮ ਦੇ ਵਿੱਚ ਜੇ ਮੈਨੂੰ WhatsApp ਕਰ ਦਿਓ ਤਾਂ ਮੈਂ ਸਾਰੀਆਂ ਇਕੱਠੀਆਂ ਕਰਕੇ ਹਰਵਿੰਦਰ ਹੋਰਾਂ ਨੂੰ ਬੇਨਤੀ ਕਰਕੇ ਉਹਦਾ ਲਿਖਾਂਤਰਨ ਕਰਕੇ ਆਪਾਂ ਜੌਲ ਸਾਹਿਬ ਨੂੰ ਭੇਜ ਦਈਏ ਤੇ ਜਲਦੀ 1-2 ਦਿਨਾਂ ਦੇ ਵਿੱਚ ਆਪਾਂ ਇਹ ਕੰਮ ਕਰ ਦਈਏ। ਜੇ ਅੱਜ ਹੀ ਤੁਸੀਂ ਕੋਸ਼ਿਸ਼ ਇਹ ਕਰਿਓ ਕਿ ਇਹ ਵਰਡ ਫਾਈਲ ਹੋ ਜਾਏ ਤਾਂ ਕਿ ਦੁਬਾਰਾ ਕੰਪੋਜ਼ ਨਾ ਕਰਨੀਆਂ ਪੈਣ। ਜੀ ਜੇ ਕਿਸੇ ਦੀ ਟਾਈਪਡ ਨਹੀਂ ਹੈਗੀ ਤਾਂ ਫੋਟੋ ਖਿੱਚ ਕੇ ਭੇਜ ਦਿਓ, ਮੈਂ ਟਾਈਪ ਕਰ ਦੂੰ। ਕਵਿਤਾ ਤੇ ਬਹੁਤ ਟਾਈਮ ਨਹੀਂ ਲੱਗਦਾ ਹੈਗਾ। ਸੋ ਆਪਾਂ ਇੱਕ ਪੂਰੀ ਵਰਡ ਦੀ ਫਾਈਲ ਬਣਾ ਕੇ ਲਖਵਿੰਦਰ ਜੌਲ ਸਾਹਿਬ ਨੂੰ ਭੇਜ ਦਾਂਗੇ ਤੇ ਇਹ ਇੱਕ ਵੱਡਾ ਉਪਰਾਲਾ ਹੋਊਗਾ। ਅੱਜ ਦੇ ਇਸ ਸੈਮੀਨਾਰ ਦੀ ਤੇ ਕਵੀ ਦਰਬਾਰ ਦੀ ਪ੍ਰਾਪਤੀ ਵੀ ਹੋਊਗੀ। ਧੰਨਵਾਦ ਜੌਲ ਸਾਹਿਬ। ਰਵਿੰਦਰ ਜੀ, ਜੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਮੈਨੂੰ ਲੱਗਦਾ ਤੁਸੀਂ ਵੀ ਹੁੰਗਾਰਾ ਭਰੋਗੇ ਸਾਡੀ ਗੱਲ ਦਾ। ਹਾਂ ਬਿਲਕੁਲ ਜੀ। ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਕਿ ਉਹ ਆਪਣੀ ਕਵਿਤਾ ਵੀ ਸੁਣਾਉਣਗੇ ਤੇ ਧੰਨਵਾਦੀ ਸ਼ਬਦ ਵੀ ਬੋਲਣਗੇ। ਡਾਕਟਰ ਸਰਬਜੀਤ ਕੌਰ ਸੋਹਲ। ਸੋਹਲ ਮੈਮ। ਮਾਈਕ ਆਪਣਾ ਔਨ ਕਰੋ ਜੀ। ਪਹਿਲਾਂ ਮਾਈਕ ਤੁਹਾਡਾ ਮਾਈਕ ਬੰਦ ਹੈ। ਹੁਣ ਹੋਇਆ ਜੀ। ਹੁਣ ਬੋਲੋ ਜੀ। ਇਹ ਵੀ ਨਹੀਂ ਹੋਇਆ ਜੀ। ਦੁਬਾਰੇ ਕਰੋ ਜੀ। ਸਿਰ ਝੁਕਾ ਕਰ ਸਜਦਾ, ਸਿਰ ਝੁਕਾ ਕਰ ਸਜਦਾ, ਰੱਖ ਧਰਤੀ ਤੇ ਮੱਥਾ, ਵੇਖ ਫਿਰ ਕਮਾਲ ਹੁੰਦੀ ਦੁਆ ਕਬੂਲ, ਵੇਖ ਫਿਰ ਕਮਾਲ ਹੁੰਦੀ ਦੁਆ ਕਬੂਲ, ਸਿਰ ਦਾ ਸੀਸ ਬਣਦਾ ਫਿਰ ਵੇਖ ਜ਼ਰਾ। ਬਹੁਤ ਵਧੀਆ, बहुत शुक्रिया। दूसरी है किरदार कुशी। उदों भी ना सी पूरन, उदों भी ना सी पूरन, हुण भी ना बरमेच, उदों भी ना सी पूरन, हुण भी ना बरमेच, सप दे लंघण मगरों पिट दे जिवें लकीर, जंगाले जहे विचार भविख दी ना सोच, रटे रटाए दी ठुक मानसिक कंगाली, तिजोरियां वालियां दे चढ़ावे या फिर तिल फुल दी भेटा कि जिवें भर रहे इवजाना ना अहलियत दा। जी। समय दे अंतराल ते ठरियां जिहियां रातां च उदासी दा लबादा पाई गमगीन होण दा स्वांग, मुख मार्गां ते लाउंदे लंगर ब्रेड पकौड़े जलेबियां दाल रोटी भी छकाउंदे दियानतदारी दा भुलेखा पाउंदे, चेते करदे मुड़ मुड़ गुरुआं दियां शहीदियां, साल दर साल नतमस्तक हुंदे डूंगे दुख च होण दा विखावा करदे, हकीकतां नूं विसार भेड चाल च अटके समय दे हाणी होण दा भेख रचाउंदे प्रगटावा करदे, अज भी नजर ना आउंदे, अज भी नजर ना आउंदे पाटे पुराणे लीड़ियां च ठंड च कंबदे मासूम भुखण भाणे भटकदे गोबिंद दे लाल, गौलदे ही ना असीं, गौलदे ही ना असीं ढिड दी मजबूरी ते बालां दियां पुतलियां च चमकदा दा सुपना जो गवाया
ਜੋ ਗਵਾਇਆ ਉਹ ਗੌਰਵਸ਼ੀਲ ਇਤਿਹਾਸ, ਨਾ ਹੈ ਸੀ ਨਾ ਹੋਵੇਗੀ ਲਾਸਾਨੀ ਕੁਰਬਾਨੀ ਦੀ ਮਿਸਾਲ। ਨਾ ਹੈ ਸੀ ਨਾ ਹੋਵੇਗੀ ਲਾਸਾਨੀ ਕੁਰਬਾਨੀ ਦੀ ਮਿਸਾਲ, ਤੇ ਅਸੀਂ ਨਿਕਰਮੇ ਤੈਨੂੰ ਮੰਨਦੇ, ਤੇ ਅਸੀਂ ਨਿਕਰਮੇ ਤੈਨੂੰ ਮੰਨਦੇ, ਤੇ ਤੇਰੀ ਗੱਲ ਮੰਨਣੋਂ ਕਰਦੇ ਇਨਕਾਰ। ਬਹੁਤ ਸ਼ੁਕਰੀਆ ਜੀ, ਬਹੁਤ ਅੱਛਾ ਜੀ ਮੈਮ। ਜੀ ਅੱਜ ਇਸ ਬਹੁਤ ਸਾਰੀਆਂ ਨਵੀਆਂ ਜਿਹੜੇ ਥੀਮ ਨੇ, ਰੀਮ ਨੇ, ਮੈਨੂੰ ਸਮਝ 'ਚ ਆਏ, ਔਰ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਸ ਸੰਬੰਧੀ ਕਿਵੇਂ ਕਵਿਤਾ ਲਿਖੀ ਜਾ ਸਕਦੀ ਆ। ਸੋ ਬਹੁਤ ਸੋਹਣੀਆਂ ਕਵਿਤਾਵਾਂ, ਔਰ ਇੱਕ ਨਵੀਂ ਜਿਵੇਂ ਕਹਿ ਲਓ ਕਿ ਖਿੜਕੀ ਖੁੱਲਣ ਵਾਲੀ। ਔਰ ਤੁਸੀਂ ਵੇਖੋ ਵੀ ਆਪਾਂ 1 ਘੰਟੇ ਦੇ ਸਮੇਂ ਵਿੱਚ ਕਿੰਨਾ ਕੁਝ ਜਿਹੜਾ ਆ, ਕਿੰਨੀਆਂ ਪਰਤਾਂ ਜਿਹੜੀਆਂ ਨੇ ਸੋਚ ਦੀਆਂ, ਉਹਨਾਂ ਨੂੰ ਫਰੋਲ ਲਿਆ। ਕਿੰਨੇ ਨਵੇਂ ਅਹਿਸਾਸ ਨਾਲ ਇੱਕ ਉਸ ਲਾਸਾਨੀ ਕੁਰਬਾਨੀ ਨੂੰ ਅਸੀਂ ਯਾਦ ਕੀਤਾ। ਔਰ ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰ, ਇਹ ਛੋਟੀ ਜਿਹੀ ਤਿਲ ਫੁੱਲ ਜਿਹੜੀ ਭੇਟਾ ਆਪਾਂ ਸਾਰਿਆਂ ਨੇ ਰਲ ਕੇ ਇਹ ਕੀਤਾ ਹੈ, ਉਹ ਜ਼ਰੂਰ ਹੀ ਸਾਰਥਕ ਹੋਵੇਗਾ। ਸੋ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੇ ਅੱਜ ਸਾਡੇ ਨਾਲ ਬਹੁਤ ਸਾਰੇ ਜਾਣੇ ਜੁੜੇ ਨੇ। ਮੈਂ ਸਭ ਦੇ ਕੁਝ ਦੇ ਨਾਮ ਲੈ ਸਕਾਂਗੀ ਮੈਂ, ਕਿਉਂਕਿ ਮੈਂ ਸਭ ਦੇ ਨਾਮ ਨੋਟ ਨਹੀਂ ਕਰ ਸਕੀ। ਰਾਜਵੰਤ ਬਾਜਵਾ ਜੀ, ਹਰਸਿਮਰਨ ਕੌਰ ਜੀ, ਇੱਕ 1 ਸਟੈਪ ਫਰਦਰ ਨਾਮ ਨਹੀਂ ਆ ਰਿਹਾ, ਦੀਪ ਸੰਧੂ ਜੀ, ਚਰਨਜੀਤ ਕੌਰ, ਮਨਜਿੰਦਰ ਨੂਰਪੁਰ, ਜਨਮੇਜਾ ਸਿੰਘ ਜੌਹਲ, ਬਹੁਤ ਸਾਰੇ ਕਮੈਂਟਸ ਇਹ ਦੇ ਰਹੇ ਨੇ ਸਾਨੂੰ। ਨਰਿੰਦਰਪਾਲ ਕਾਂਗ, ਸਭ ਨੇ ਇਹਨਾਂ ਕਵਿਤਾਵਾਂ ਦੀ ਬਹੁਤ ਤਾਰੀਫ ਕੀਤੀ ਆ। ਗੁਰਦੀਪ ਸਿੰਘ, ਮੋਹਨ ਸਿੰਘ ਮਲਹੰਸ, ਕੁਲਵਿੰਦਰ ਸਿੰਘ, ਸੁਨੀਲ ਚੰਦਿਆਨਵੀ, ਪਵਨਪ੍ਰੀਤ ਖਹਿਰਾ, ਸੁਖਦਰਸ਼ਨ ਕੌਰ, ਬਲਜੀਤ ਸਿੰਘ ਅਕਲੀਆ, ਗੁਰਮਿੰਦਰ ਜੌੜਕੀਆ, ਨਰਿੰਜਨ ਬੋਹਾ, ਰਾਜਵੰਤ ਬਾਜਵਾ, ਹਰਸਿਮਰਨ ਕੌਰ, ਬਲਦੀਪ ਕੌਰ ਸੰਧੂ, ਚਰਨਜੀਤ ਕੌਰ ਤੇ ਨਰਿੰਦਰਪਾਲ ਕੰਗ, ਤੇ ਹੋਰ ਜਿਹੜੇ ਸਵਰਨਜੀਤ ਸਵੀ, ਉਹ ਵੀ ਸਾਡੇ ਨਾਲ ਨੇ, ਸਤਪਾਲ ਭਿੱਖੀ, ਔਰ ਹੋਰ ਬਹੁਤ ਸਾਰੇ ਨਾਮ ਸ਼ਾਇਦ ਡਾਕਟਰ ਦੀਪ ਕੋਲੇ ਵੀ ਹੋਣਗੇ। ਔਰ ਇਸ ਵੇਲੇ 10 ਗਰੁੱਪ ਜਿਹੜੇ ਨੇ ਉਹ ਇਹਦੀ ਲਾਈਵ ਪੇਸ਼ਕਾਰੀ ਕਰ ਰਹੇ ਨੇ ਇਸ ਪ੍ਰੋਗਰਾਮ ਦੀ। ਤੇ ਮੈਨੂੰ ਲੱਗਦਾ ਹੈ ਕਿ, ਉਮੀਦ ਹੈ ਕਿ ਅਸੀਂ ਜਿਹੜੀ ਇਹ ਗੱਲ ਅੱਜ ਆਪਾਂ ਕੀਤੀ ਆ, ਇਹ ਜਿਹੜਾ ਮਹਿਸੂਸ ਹੁੰਦਾ ਮੈਨੂੰ, ਸਾਨੂੰ ਲੱਗਦਾ ਸੀ ਕਿ ਜਿਹੜਾ ਇਹ ਵਾਲਾ ਮੀਡੀਆ ਹੈ ਆਨਲਾਈਨ ਨਾਲ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ ਤਾਂ ਸ਼ਾਇਦ ਸਾਡੀ ਪਹੁੰਚ ਅਸੀਂ ਉਸ ਤਰ੍ਹਾਂ ਨਾਲ ਨਹੀਂ ਕਰ ਪਾਵਾਂਗੇ। ਪਰ ਮੈਂ ਵੇਖਿਆ ਕਿ ਇਹਦੇ ਵਿੱਚ ਜ਼ਿਆਦਾ ਸੁਖੈਨਤਾ ਵੀ ਹੈ, ਤੇ ਸਾਡੀ ਗੱਲ ਦੂਰ ਦੇਸ਼ ਵਿਦੇਸ਼ 'ਚ ਬੈਠੇ ਹੋਏ ਜਿਹੜੇ ਸਾਡੇ ਦਰਸ਼ਕ ਨੇ, ਸਾਡੇ ਲੇਖਕ ਨੇ, ਉਹਨਾਂ ਤੱਕ ਵੀ ਪਹੁੰਚ ਰਹੀ ਹੈ। ਔਰ ਚੰਗੀ ਗੱਲ ਇਹ ਹੈ ਕਿ ਪੰਜਾਬ ਸਾਹਿਤ ਅਕੈਡਮੀ ਦੀ ਜਿਹੜੀ YouTube ਚੈਨਲ ਆ, ਉਹਦੇ ਤੇ ਰਿਕਾਰਡਿੰਗ ਜਿਹੜੀ ਆ ਹਮੇਸ਼ਾ ਲਈ ਪਈ ਰਹੇਗੀ। ਸੋ ਜਬ ਤੱਕ ਦੁਨੀਆ ਰਹੀਏ ਨਾਨਕ ਕਿਛ ਕਹੀਏ, ਕਿਛ ਸੁਣੀਏ ਕਿਛ ਕਹੀਏ। ਸੋ ਆਪਾਂ ਕਹਿੰਦੇ ਰਹੀਏ, ਸੰਵਾਦ ਰਚਾਉਂਦੇ ਰਹੀਏ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਨਸਲਾਂ ਨੇ, ਸਾਡੀ ਨਵੀਂ ਪੀੜ੍ਹੀ ਆ, ਉਹ ਜ਼ਰੂਰ ਇਸ ਤੋਂ ਕੁਝ ਨਾ ਕੁਝ ਸੇਧ ਲੈ ਕੇ ਤੇ ਕੁਝ ਚੰਗਾ ਕਰਨ ਲਈ ਜਿਹੜੀ ਆ ਅਗਰਸਰ ਹੋਏਗੀ। ਸੋ ਇੱਕ ਵਾਰੀ ਫੇਰ ਮੈਂ ਅੱਜ ਇਸ ਮੰਚ ਤੋਂ ਸਾਡੇ ਕਲਾ ਪ੍ਰੀਸ਼ਦ ਦੇ ਸਕੱਤਰ ਜਨਰਲ ਲਖਵਿੰਦਰ ਸਿੰਘ ਜੌਹਲ ਜੀ ਦੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਮਾਂ ਕੱਢਿਆ। ਜਸਵੰਤ ਜ਼ਫਰ ਜੀ, ਤੁਹਾਡੀ ਕਵਿਤਾ ਦੇ ਨਾਲ ਨਾਲ ਮੈਂ ਵਹਿੰਦੀ ਗਈ, ਉਹ ਵੇਖਦੀ ਗਈ ਸਾਰੇ ਦਾ ਸਾਰਾ। ਜਸਵਿੰਦਰ ਸਿੰਘ ਰੁਪਾਲ ਜੀ, ਔਰ ਹਰਵਿੰਦਰ ਸਿੰਘ ਜੀ, ਅਮਰਜੀਤ ਕਸਕ ਜੀ, ਸਿਕੰਦਰ ਸਿੰਘ, ਸੋ ਸਾਰਿਆਂ ਨੇ ਬਹੁਤ ਕਮਾਲ ਦੀਆਂ। ਔਰ ਡਾਕਟਰ ਦੀਪ ਦੀ ਕਵਿਤਾ ਵੀ ਬਹੁਤ ਖੂਬਸੂਰਤ ਹੈ, ਬਹੁਤ ਸੇਧਮਈ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੋਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੇ ਸ਼ਾਮ ਨੂੰ ਫੇਰ ਅਸੀਂ 7:45 ਵਜੇ ਜੁੜਦੇ ਹਾਂ, ਇਸੇ ਹੀ ਜਿਹੜਾ ਲਿੰਕ ਹੈ ਔਰ ਇਸੇ ਹੀ ਕੋਡ ਦੇ ਨਾਲ ਤੁਸੀਂ ਫੇਰ ਦੁਬਾਰਾ ਅਸੀਂ ਮਿਲਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ ਸੋਲ ਮੈਮ, ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਜਿਹੜੇ ਜੁੜੇ ਹੋ। ਤੇ ਆਪਾਂ ਜਿਹੜਾ ਇੱਕ ਪ੍ਰੋਜੈਕਟ ਲਿਖਿਆ, ਮੈਂ ਹਰਵਿੰਦਰ ਚੰਡੀਗੜ੍ਹ ਸ਼ਾਇਦ ਮੇਰੇ ਖਿਆਲ 'ਚ ਡਿਸਕਨੈਕਟ ਕਿਤੇ ਹੋ ਗਏ ਸੀ, ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਕਵਿਤਾਵਾਂ ਦਾ ਸ਼ਾਹਮੁਖੀ 'ਚ ਕਨਵਰਜ਼ਨ ਕਰਨਗੇ, ਤੇ ਉਸ ਤੋਂ ਬਾਅਦ ਇਹ ਕਵਿਤਾਵਾਂ ਆਪਾਂ ਲਖਵਿੰਦਰ ਜੌਹਲ ਹੋਰਾਂ ਨੂੰ ਭੇਜਾਂਗੇ, ਤੇ ਕੁਝ ਹੋਰ ਕਵਿਤਾਵਾਂ ਇਕੱਠੀਆਂ ਕਰਕੇ ਬਾਅਦ ਦੇ ਵਿੱਚ ਮੈਡਮ ਸਰਬਜੀਤ ਕੌਰ ਸੋਹਲ ਦੇ ਬਿਹਾਫ ਤੇ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹਦੀ ਕਿਤਾਬ ਅਸੀਂ ਪੰਜਾਬ ਸਾਹਿਤ ਅਕਾਦਮੀ ਵੱਲੋਂ ਵੀ ਛਾਪਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਜਿੰਨੀਆਂ ਕਵਿਤਾਵਾਂ ਇਕੱਠੀਆਂ ਹੋ ਗਈਆਂ ਆਉਣ ਵਾਲੇ ਦਿਨਾਂ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ। ਇਸੇ ਤਰ੍ਹਾਂ ਜੁੜੇ ਰਹੋ, ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਇਸੇ ਤਰ੍ਹਾਂ ਜੁੜੋ ਤੇ ਪੰਜਾਬ ਕਲਾ ਪ੍ਰੀਸ਼ਦ ਤੇ ਪੰਜਾਬ ਸਾਹਿਤ ਅਕਾਦਮੀ ਸਮੇਤ ਸਾਰੀਆਂ ਅਕਾਦਮੀਆਂ ਦਾ ਜਿਹੜਾ ਸੁਨੇਹਾ ਆਪਾਂ ਲੋਕਾਂ ਤੱਕ ਲੈ ਕੇ ਜਾਈਏ ਵੱਡੀ ਪੱਧਰ ਤੇ। ਇਸ ਆਸ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਜੀ ਕੁਲਦੀਪ ਜੀ। ਜੀ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ।